सत श्री अकाल जी, मैं हाँ सायरा ते तुसी देख रहे हो पीटीसी शोकेस। एंड ये जिहड़ी जोड़ी साडे विचकार अज इत्थे पहुंची है, इन्हां ने एक बारी पहले भी एक फिल्म दे विच काम कीता सी एंड वो फिल्म मैं कुछ हफ्तियां पहला OTT प्लेटफॉर्म ते देखी एंड आई विल टेल यू आई रिग्रेटेड सो मच कि ये वाली फिल्म मैं थिएटर च क्यों नहीं देखी सी। बट दिस टाइम आई एम नॉट गोइंग टू डू द सेम मिस्टेक। एक बार फिर तो इस सुपर हिट जोड़ी वापस आ रही है एक होर फिल्म लेके। फिल्म का नाम है जी माँ दा लाडला एंड यू नो द स्टार कास्ट नीरू बाजवा एंड तरसेम जस्सर। सत श्री अकाल एंड वेलकम। सत श्री अकाल जी। एंड ये रियल लाइफ इंसिडेंट है सच्ची। मैं उड़ा एड़ा OTT प्लेटफॉर्म ते देखी थोड़ी चिर पहले ही एंड मैं सच्ची फील किया मैं क्यों नहीं थिएटर च जाके देखी। इट वाज सच अ स्वीट फिल्म। हाँ, पर इस बार तुसी जाके देख हाँ, ये गलती दोबारा नहीं करनी, सीख लेना गलती तो। अच्छा नीरू मैम, हाँ जी, यू आर दी क्वीन एंड ਤੁਹਾਨੂੰ ਅਸੀਂ ਜਦੋਂ ਸੈਲੂਲੋਇਡ ਤੇ ਦੇਖਦੇ ਆ ਨਾ, ਯੂ ਜਸਟ ਗਿਵ ਦੈਟ ਕੁਈਨ ਵਾਈਬਸ ਆਲ ਦ ਟਾਈਮ। थैंक यू सो मच। ਜਦੋਂ ਤੁਸੀਂ ਕੋਈ ਫਿਲਮ ਸਾਈਨ ਕਰਦੇ ਹੋ as audience, as viewers, as part of this industry from the media, we feel really good and invested in the project. ਜਦੋਂ ਤੁਸੀਂ ਕੁਝ ਸਾਈਨ ਕਰਦੇ ਹੋ, do you always have this pressure in back of your mind कि यार people have invested me? ਪ੍ਰੈਸ਼ਰ ਨਹੀਂ, ਪਰ ਹਮੇਸ਼ਾ ਇਹ ਤਾਂ ਹੁੰਦਾ ਹੈ ਕਿ ਯੂ ਨੋ ਸੋਚ ਸਮਝ ਕੇ ਪ੍ਰੋਜੈਕਟ ਕਰਾਂ, ਕਿਉਂਕਿ ਆਈ ਨਹੀਂ ਹੋਣਾ ਚਾਹੀਦਾ ਕਿ ਓਬਵੀਅਸਲੀ ਪੀਪਲ ਡੂ ਐਕਸਪੈਕਟ ਅ ਲੋਟ। ਸੋ ਮੈਂ ਕਦੇ ਆਡੀਅנס ਨੂੰ ਲੈਟ ਡਾਊਨ ਨਹੀਂ ਕਰਨਾ ਚਾਹੁੰਦੀ, ਆਪਣੇ ਆਪ ਨੂੰ ਨਹੀਂ ਲੈਟ ਡਾਊਨ ਕਰਨਾ ਚਾਹੁੰਦੀ, ਸਪੈਸ਼ਲੀ ਕਿਉਂਕਿ ਹੁਣ ਇਸ ਸਟੇਜ 'ਤੇ ਆ ਕੇ ਮੈਂ ਐਕਟਿੰਗ ਮੇਰਾ ਪੈਸ਼ਨ ਆ। ਪਹਿਲਾਂ ਮੈਂ ਸਰਵਾਈਵਲ ਲਈ ਕੰਮ ਕਰਦੀ ਸੀ, ਹੁਣ ਇਹ ਮੇਰਾ ਪੈਸ਼ਨ ਆ। ਮੈਂ ਘਰ ਛੱਡ ਕੇ ਆਉਂਦੀ ਹਾਂ, ਬੱਚੇ ਛੱਡ ਕੇ ਆਉਂਦੀ ਹਾਂ। ਸੋ ਆਈ ਰੀਅਲੀ ਜੋ ਵੀ ਮੈਂ ਫਿਲਮ ਕਰਦੀ ਹਾਂ, ਮੈਂ ਯੂ ਨੋ ਮੈਨੂੰ ਉਹਦੇ ਨਾਲ ਪਿਆਰ ਹੋਣਾ ਚਾਹੀਦਾ। ਆਈ ਸ਼ੁੱਡ ਬੀ ਇਨ ਲਵ ਵਿਦ ਦੈਟ ਫਿਲਮ। ਸੋ ਊੜਾ ਐੜਾ ਦੀ ਮੈਂ ਗੱਲ ਕਰ ਰਹੀ ਸੀ। ਆਈ ਵਾਂਟ ਟੂ ਨੋ ਹਾਊ ਮਚ ਹੈਵ ਯੂਰ ਇਕੁਏਸ਼ਨਸ ਇਵੋਲਵਡ ਉਸ ਫਿਲਮ ਤੋਂ ਲੈ ਕੇ ਜੇ ਇਸ ਫਿਲਮ ਤੱਕ ਦੇ ਸਫ਼ਰ ਦੀ ਗੱਲ ਕਰੀਏ। ਇਟਸ ਬੀਨ ਅ ਲੋਟ ਆਫ ਈਅਰਸ। ਕੀ ਲੱਗਦਾ ਕਿ ਉਦੋਂ ਕੀ ਇਕੁਏਸ਼ਨ ਸੀਗੀ ਸੈੱਟ ਤੇ, ਉਦੋਂ ਕਿੱਦਾਂ ਦੇ ਹੁੰਦੇ ਸੀ ਆਪਸ 'ਚ, ਜੋ ਇੱਕ ਵਾਈਬ ਹੁੰਦੀ ਹੈ ਨਾ, ਲਾਈਕ ਉਹ ਆਈਸ ਬ੍ਰੇਕਿੰਗ ਥਿੰਗ ਕਿਵੇਂ ਸੀਗੀ, ਤੇ ਹੁਣ ਜਦੋਂ ਇਸ ਵਾਰ ਮਿਲੇ ਉਹ ਕਿਵੇਂ ਦਾ ਸੀਗਾ? ਊੜਾ ਟਾਈਮ ਮਤਲਬ ਜਦੋਂ ਅਸੀਂ ਉਹ ਮੂਵੀ ਸ਼ੂਟ ਕੀਤੀ ਤਾਂ ਉਦੋਂ ਸਾਡੀ ਬਹੁਤ ਜ਼ਿਆਦਾ ਗੱਲ ਨਹੀਂ ਹੋਈ, ਕਿਉਂਕਿ ਜਦੋਂ ਸ਼ੂਟ ਹੁੰਦਾ ਸੀਗਾ ਫਿਰ ਮਤਲਬ ਉਦੋਂ ਮਾਹੌਲ ਇਦਾਂ ਦਾ ਸੀਗਾ, ਹੈ ਨਾ। ਇਹ ਨਹੀਂ ਸੀ ਵੀ ਸਾਡੀ ਗੱਲ ਬਿਲਕੁਲ ਹੀ ਨਹੀਂ ਹੋਈ, ਗੱਲ ਹੁੰਦੀ ਸੀ, ਜਿੰਨੀ ਕੁ ਹੋ ਸਕਦੀ ਸੀ ਉਨੀ ਕੁ ਹੋਈ। ਪਰ ਇਹ ਮੂਵੀ ਟਾਈਮ ਸਾਡੇ ਕੋਲ ਟਾਈਮ ਸੀਗਾ, ਸਟੋਰੀ ਦੇ ਵਿੱਚ ਵੀ ਸਾਡੇ ਸੀਨਸ ਇਕੱਠਿਆਂ ਦੇ ਬਹੁਤ ਜ਼ਿਆਦਾ ਸੀਗੇ, ਅਤੇ ਉਹ ਤੋਂ ਬਾਅਦ ਟਾਈਮ ਸੀਗਾ। ਜਦੋਂ ਤੁਸੀਂ ਅਬਰੋਡ ਸ਼ੂਟ ਕਰਦੇ ਹੋ ਨਾ, ਤਾਂ ਉੱਥੇ ਤੁਸੀਂ ਬਾਕੀ ਤੁਹਾਡੇ ਕਨੈਕਸ਼ਨ ਟੁੱਟ ਜਾਂਦੇ ਆ। ਲਾਈਕ ਜਿਵੇਂ ਇੱਥੇ ਜਦੋਂ ਮੂਵੀ ਸ਼ੂਟ ਹੁੰਦੀ ਆ ਤਾਂ ਸਮ ਟਾਈਮ ਇਹ ਵੀ ਹੁੰਦਾ ਤੁਹਾਨੂੰ ਭੱਜ ਨੱਠ ਹੁੰਦੀ ਆ। ਮੇਰੇ ਵਰਗੇ ਨੇ ਕੋਈ ਗਾਣਾ ਵੀ ਗਾਉਣਾ ਹੁੰਦਾ ਜਾ ਕੇ ਸ਼ੂਟ ਤੋਂ ਬਾਅਦ, ਜਸਟ ਆਫਟਰ ਤੁਸੀਂ ਸਟੂਡੀਓ ਭੱਜਦੇ ਹੋ, ਹੈ ਨਾ। ਜਾਂ ਕਈ ਵਾਰ ਤੁਸੀਂ ਡਬਿੰਗ ਕਰਨੀ ਹੁੰਦੀ ਕਿਸੇ ਮੂਵੀ ਦੀ, ਜਾਂ ਤੁਹਾਨੂੰ ਕੋਈ ਮਿਲਣ ਵਾਲਾ ਆਇਆ ਹੁੰਦਾ, ਤੁਹਾਡੀ ਵੈਨਿਟੀ ਦੇ ਵਿੱਚ ਕੋਈ ਨਾ ਕੋਈ, ਜਾਂ ਤੁਸੀਂ ਫਰੀ ਹੋ, ਤੁਹਾਨੂੰ ਕੋਈ ਤੁਹਾਡਾ ਚਾਹੁਣ ਵਾਲਾ ਆਇਆ ਹੁੰਦਾ, ਹੈ ਨਾ। ਤੁਹਾਨੂੰ ਆਪਸ ਵਿੱਚ ਹੀ ਟਾਈਮ ਘੱਟ ਮਿਲਦਾ। ਬਾਹਰ ਜਦ ਤੁਸੀਂ ਗਏ ਹੁੰਦੇ ਹੋ ਤਾਂ ਤੁਸੀਂ ਇੱਕ ਦੂਜੇ ਨਾਲ ਹੀ ਹੁੰਦੇ ਹੋ, ਇੱਕ ਮੂਵੀ 'ਤੇ ਹੀ ਹੁੰਦੇ ਹੋ, ਹੈ ਨਾ। ਅਤੇ ਜਿੰਨੇ ਦਿਨ ਵੀ ਹੁੰਦੇ ਤੁਹਾਡੇ 20 ਦਿਨ 22 ਦਿਨ ਤਾਂ ਤੁਸੀਂ ਇਕੱਠੇ ਹੁੰਦੇ ਹੋ। ਅਤੇ ਇਹ ਕਹਾਣੀ ਇੱਦਾਂ ਦੀ ਸੀਗੀ, ਇਹਦੇ ਵਿੱਚ ਵੈਸੇ ਹੀ ਗੋਰਾ ਅਤੇ ਸਹਿਜ ਦਾ ਜਿਹੜਾ ਆਪਸ ਵਿੱਚ ਹੀ ਜਿਹੜਾ ਤਾਲਮੇਲ ਆ ਉਹਨਾਂ ਦਾ ਬੜਾ ਲੜਾਈ ਵਾਲਾ ਹੀ ਆ। ਅਤੇ ਜ਼ਿਆਦਾ ਖੁੱਲ੍ਹ ਕੇ ਅਸੀਂ ਬੇਇੱਜ਼ਤੀ ਕਰਾਉਣੀ ਸੀ, ਮੈਂ ਹੈ ਨਾ, ਜ਼ਿਆਦਾ ਖੁੱਲ੍ਹ ਕੇ ਮੈਂ ਬੇਇੱਜ਼ਤੀ ਕਰਾਉਣੀ ਸੀ, ਅਤੇ ਤਾਂ ਕਰਕੇ ਫਿਰ ਸਾਨੂੰ ਗੱਲਾਂ ਦੇ ਵਿੱਚ ਅਸੀਂ ਹੋਰ ਵੀ ਵਧੀਆ ਹੋ ਗਏ, ਹੈ ਨਾ। ਅਤੇ ਉਦੋਂ ਇੱਕ ਵੈਸੇ ਹੀ ਮੈਂ ਪਹਿਲੀ ਵਾਰ ਮਿਲਿਆ ਸੀ, ਹੈ ਨਾ, ਇਹਨਾਂ ਨੂੰ ਇਹ ਵੀ ਪਹਿਲੀ ਵਾਰ ਮਿਲੇ ਸੀ ਮੈਨੂੰ। ਅਤੇ ਉਹ ਚੀਜ਼ ਤੁਹਾਨੂੰ ਜਦੋਂ ਕੈਮਰਾ ਔਨ ਹੁੰਦਾ ਉਦੋਂ ਤਾਂ ਸਾਰਾ ਕੁਛ ਸੇਮ ਹੁੰਦਾ, ਹੈ ਨਾ, ਤੁਸੀਂ ਸਾਰਾ ਕੁਛ ਕਰ ਲੈਂਦੇ ਹੋ। ਪਰ ਹਾਂਜੀ ਹਾਂ, ਜਦੋਂ ਕੈਮਰਾ ਬੰਦ ਹੁੰਦਾ ਤੁਸੀਂ ਬੈਠੇ ਹੋ, ਉਦੋਂ ਇੱਕ ਜ਼ਰੂਰ, ਕਿਉਂਕਿ ਮੈਂ ਵੀ ਇੱਦਾਂ ਦਾ, ਮੈਂ ਵੀ ਬਹੁਤ ਜਲਦੀ ਨਹੀਂ ਖੁੱਲ੍ਹਦਾ, ਅਤੇ ਇਹ ਵੀ ਇੱਦਾਂ ਦੇ ਹਰ ਇੱਕ ਨਾਲ ਬਹੁਤ ਜਲਦੀ ਨਹੀਂ ਉੱਦਾਂ ਖੁੱਲ੍ਹਦੇ, ਹੈ ਨਾ। ਕੈਮਰੇ 'ਤੇ ਜਿਹਦੇ ਨਾਲ ਜੋ ਪਰਫੋਰਮ ਕਰਨਾ ਇਹ 1 ਸੈਕਿੰਡ 'ਚ ਕਰ ਦੇਣਗੇ, ਹੈ ਨਾ। ਪਰ ਅਦਰਵਾਈਜ਼ ਲਾਈਫ ਦੇ ਵਿੱਚ ਜਦੋਂ ਤੁਸੀਂ ਗੱਲਾਂ ਕਰਨੀਆਂ, ਖੁੱਲ੍ਹਣਾ, ਉਹਨੂੰ ਥੋੜ੍ਹਾ ਟਾਈਮ ਚਾਹੀਦਾ। ਨੀਰੂ ਮੈਮ, ਤੁਹਾਨੂੰ ਪੁੱਛਣਾ ਚਾਹੂੰਗੀ ਤਰਸੇਮ ਜੀ ਦੇ ਨਾਲ ਫਸਟ ਟਾਈਮ ਉਹ ਆਈਸ ਬ੍ਰੇਕਿੰਗ ਮੂਮੈਂਟ ਕੀ ਸੀਗਾ? ਲਾਈਕ did he initiate ਕਿ ਤੁਸੀਂ ਕੋਈ ਗੱਲ ਕੀਤੀ ਸੀ? ਬਿਕਾਜ਼ ਆਈ ਥਿੰਕ ਹੀ ਇਜ਼ ਤਾਂ ਟੂ ਸ਼ਾਈ। ਤੁਹਾਨੂੰ ਯਾਦ ਹੈ? ਵੈਲ ਮੈਨੂੰ ਪਤਾ ਹੈ ਕਿ ਪੋਜ਼ੀਟਿਵ ਵਾਈਬਸ ਮਿਲੀਆਂ ਸੀ ਇਹਨਾਂ ਤੋਂ ਡੇ ਪਹਿਲੀ ਸੈਕਿੰਡ ਤੋਂ ਹੀ। ਅਤੇ ਆਪਾਂ ਉਡਾਰੇ 'ਚ ਇੱਕ ਸੀਨ ਕੀਤਾ ਸੀ ਉਹ ਜਿਹਦੇ ਵਿੱਚ ਅਸੀਂ ਕਪੂਤ ਵਾਲਾ, ਜਿਹਦੇ ਵਿੱਚ ਮੈਂ BN ਸ਼ਰਮਾ ਜੀ ਨੂੰ ਡਰਾਉਣੀ ਐਂਡ ਆਈ ਥਿੰਕ ਉਹ ਬੇਸਿਕਲੀ ਆਈਸ ਬ੍ਰੇਕਰ ਸੀ ਸਾਡੇ ਲਈ। ਯਾ ਓਕੇ। ਅੱਛਾ ਮੈਮ, ਤੁਸੀਂ ਸਪੂਤ ਵਾਲੇ ਸੀਨ ਦੀ ਗੱਲ ਕੀਤੀ, ਉੱਥੋਂ ਮੈਨੂੰ ਯਾਦ ਆ ਰਿਹਾ ਕਿ ਇਹ ਵਾਲੀ ਜਿਹੜੀ ਫਿਲਮ ਹੈ ਮਾਂ ਦਾ ਲਾਡਲਾ, ਇਹਦੇ ਵਿੱਚ ਬਹੁਤ ਏਸ ਕਮੇਡੀਅਨਸ ਹੈਗੇ ਨੇ, ਪਾਕਿਸਤਾਨੀ ਐਕਟਰਸ ਜਿਹੜੇ ਹੈਗੇ ਨੇ, ਦੇ ਆਰ ਲਾਈਕ ਵੈਰੀ ਗੁੱਡ ਐਟ ਦੇਅਰ ਜੌਬ। ਜੋ ਵੀ ਜਿਹੜੀ ਵੀ ਫਿਲਮ 'ਚੋਂ ਹੁੰਦੇ ਨੇ ਲੋਕੀ ਜ਼ਰੂਰ ਉਸ ਫਿਲਮ ਨੂੰ ਪਸੰਦ ਕਰਦੇ ਨੇ। ਲਾਈਕ ਇਨ ਦਿਸ ਫਿਲਮ ਤੁਸੀਂ ਉਹ ਜੋ ਕਾਮੇਡੀ
ਆਪ ਅਟੈਂਪਟ ਕੀਤੀ ਹੈ, ਲਾਈਕ ਹੈਵ ਯੂ ਅਟੈਂਪਟਡ ਕਾਮੇਡੀ? ਹਾਂਜੀ, ਇਸ ਫਿਲਮ 'ਚ ਸਾਰੇ ਕਾਮੇਡੀ ਕਰ ਰਹੇ ਆ Yeah. ਐਂਡ ਦ ਬੈਸਟ ਥਿੰਗ ਵਾਸ, ਇਹ ਮੈਂ ਪਹਿਲੀ ਵਾਰ ਐਕਸਪੀਰੀਅੰਸ ਕੀਤਾ ਕਿ ਜਿਹੜੇ ਪਾਕਿਸਤਾਨੀ ਆਰਟਿਸਟ ਸੀ ਐਂਡ ਤਰਸੇਮ ਜੀ ਵੀ ਮਤਲਬ ਇੱਕ ਦੂਜੇ ਦੀ ਪਰਫਾਰਮੈਂਸ ਐਨਹਾਂਸ ਕਰਦੇ ਸੀ, ਇੱਕ ਦੂਜੇ ਦੀ ਹੈਲਪ ਕਰਦੇ ਸੀ ਵੀ ਤੁਸੀਂ ਆਹ ਕਰੋ ਆਹ ਕਹੋ, ਇੱਕ ਲਿਟਰਲੀ ਇੱਕ ਟੀਮ ਸੀ ਨਹੀਂ ਤਾਂ ਹੁੰਦਾ ਹੈ ਕਿ ਐਕਟਰਸ ਨੂੰ ਬੜੀ ਲਾਲਚ ਹੁੰਦੀ ਆ ਕਿ ਮੈਂ ਅੱਛਾ ਇਹਨੇ ਮੈਨੂੰ ਆਹ ਕਹਿਣਾ, ਨਹੀਂ ਮੇਰੀ ਬੇਇੱਜ਼ਤੀ ਨਹੀਂ ਆਈ ਕਰ ਸਕਦੇ, ਸੋ ਸੌਰੀ ਨਹੀਂ ਇਹ ਲਾਈਨ ਕੱਟ ਕਰੋ, ਨਹੀਂ ਸੋ ਇਟਸ ਲਾਈਕ ਇੱਥੇ ਤਾਂ ਸਾਰੇ ਖੁੱਲੇ ਬੇਇੱਜ਼ਤੀ, ਖੁੱਲ ਕੇ ਬੇਇੱਜ਼ਤੀ ਕਰੋ, ਖੁੱਲ ਕੇ ਮਾਰੋ, ਕੁਝ ਵੀ ਕਰੋ, ਇਟਸ ਫॉर ਦ ਫਿਲਮ। ਤਰਸੇਮ ਜੀ, ਇਦਾਂ ਨਹੀਂ ਲੱਗਦਾ ਮਾਂ ਦਾ ਲਾਡਲਾ ਦੇ ਵਿੱਚ ਤੁਹਾਡੇ ਕੈਰੈਕਟਰ ਨੂੰ ਦੇਖ ਕੇ that it's ਤਰਸੇਮ ਜੱਸਰ 2.0, ਲਾਈਕ ਇਟਸ ਕੰਪਲੀਟਲੀ ਨਾਟ ਯੂ, ਲਾਈਕ ਤੁਹਾਡੀ ਸਹੀ ਗੱਲ ਵਾਈਬਸ ਹੈ। ਨਹੀਂ ਆਉਂਦੀਆਂ ਉੱਥੋਂ ਨਾ, ਹਾਂਜੀ। ਜਿੱਦਾਂ ਗੱਲ ਵੱਕੜੀ ਵੇਲੇ ਜਦੋਂ ਤੁਸੀਂ ਆਏ ਸੀ, ਆਈ ਸੈਡ ਇਟ ਲੁਕਸ ਲਾਈਕ ਯੂ, ਹਾਂਜੀ ਪਰ ਇਹ ਦਿਸ ਇਜ਼ ਨਾਟ ਯੂ। ਇਹ ਗੱਲ ਸਹੀ ਆ ਤੁਹਾਡੀ, ਇਹ ਬਸ 2.0 ਇਹ ਹੈ ਮੇਰਾ, ਇਹ ਉਹੀ ਵਰਜ਼ਨ ਆ। ਤੇ ਇਹ ਚੀਜ਼ ਮੈਨੂੰ ਲੱਗਦਾ ਕੰਪਲੀਮੈਂਟ ਵੀ ਹੈ, ਜੇ ਟ੍ਰੇਲਰ ਦੇ ਵਿੱਚ ਤਰਸੇਮ ਜੱਸਰ ਨਹੀਂ ਦੇਖ ਰਿਹਾ ਤਾਂ ਦੈਟ ਮੀਨਸ ਕੱਲਾ ਗੋਰਾ ਹੀ ਦਿਖ ਰਿਹਾ, ਹਨਾ, ਤਾਂ ਇਹ ਕੰਪਲੀਮੈਂਟ ਵੀ ਆ, ਇਹ ਤੇ ਜ਼ੋਰ ਵੀ ਲਾਇਆ ਤੇ ਮੇਰੇ ਲਈ ਮਤਲਬ ਵਧੀਆ ਵੀ ਸੀਗਾ ਇਹੀ ਵੀ ਗੋਰੇ ਵਰਗਾ ਬਣ ਕੇ ਯਾਰ ਅਸਲ 'ਚ ਮਜ਼ਾ ਬਹੁਤ ਆਇਆ, ਉਦਾਂ ਦੀ ਜ਼ਿੰਦਗੀ ਜੀ ਉਵੇਂ ਜੇ ਰਹਿ ਕੇ, ਹਨਾ, ਬਹੁਤ ਫਨ ਸੀਗਾ। ਇਹ ਬੇਸ਼ਰਮ ਜਿਹਾ ਹੋ ਕੇ ਮਤਲਬ ਮਜ਼ਾ ਆਉਂਦਾ। ਹਾਂ ਮਤਲਬ ਇੰਨੀ ਬੇਇੱਜ਼ਤੀ ਕਦੇ ਜ਼ਿੰਦਗੀ 'ਚ ਨਹੀਂ ਹੋਈ ਜਿੰਨੀ ਫਿਲਮ 'ਚ ਹੋਈ ਹੈ Introverts ਨਾ। ਬਹੁਤ ਡਰਦੇ ਨੇ ਬੇਇੱਜ਼ਤੀ ਕਰਾਉਣ ਤੋਂ, ਦੇ ਆਰ ਬਿਕਾਜ਼ ਤਾਂ ਹੀ ਘੱਟ ਜਾ ਬੋਲਦੇ ਆ, ਹਰਟ ਨਾ ਹੋ ਜਾ ਮੈਂ ਜਾਂ ਮੈਂ ਕਿਸੇ ਨੂੰ ਨਾ ਕਰਦਾ, ਪਰ ਦੈਨ ਵੈਨ ਯੂ ਲਿਵ ਦਿਸ ਥਰੂ ਅ ਕੈਰੈਕਟਰ ਬਹੁਤ ਰਿਫਰੈਸ਼ਿੰਗ ਲੱਗਦਾ ਹੈ। ਵਧੀਆ ਲੱਗਦਾ ਕਿਉਂਕਿ ਅਦਰਵਾਈਜ਼ ਮੈਂ ਬਹੁਤ ਸੈਂਸਿਟਿਵ ਆ, ਮੈਂ ਮਤਲਬ ਕਿਸੇ ਨੂੰ ਤਾਂ ਹੀ ਨਹੀਂ ਕੁਝ ਕਹਿੰਦਾ ਵੀ ਕੋਈ ਜੇ ਮੈਨੂੰ ਕਿਹਾ ਤਾਂ ਮੈਨੂੰ ਹਨਾ ਮਤਲਬ ਵੀ ਆਪਣੇ ਤੋਂ ਸੁਣ ਨਹੀਂ ਹੁੰਦੀ ਹਨਾ, ਫਿਰ ਇਹ ਹੁੰਦਾ ਤੇ ਜਦੋਂ ਸੁਣ ਵੀ ਲੈਂਦੇ ਹੋ ਤੁਸੀਂ ਤੁਹਾਡੇ ਤੋਂ ਜਵਾਬ ਨਹੀਂ ਦੇ ਹੁੰਦਾ। ਮਤਲਬ ਮੈਂ ਬਹੁਤ ਵਾਰ ਬਹੁਤ ਸਿਚੁਏਸ਼ਨ 'ਚ ਇਹ ਸੋਚਦਾ ਜਦੋਂ ਮੈਨੂੰ ਕੋਈ ਬੰਦਾ ਕੋਈ ਨਿੱਕੀ ਜਿਹੀ ਗੱਲ ਸੁਣਾ ਕੇ ਲੰਘ ਜਾਂਦਾ ਜਾਂ ਕੁਝ ਕਹਿ ਦਿੰਦਾ, ਮੈਂ ਬਾਅਦ ਸੋਚਦਾ ਯਾਰ ਮੈਨੂੰ ਇਹ ਕਹਿਣਾ ਚਾਹੀਦਾ ਸੀ ਇੱਥੇ, ਹਨਾ, ਮੈਂ ਵੀ ਉਹ ਬਾਅਦ 'ਚ ਬਹੁਤ ਟਾਈਮ ਆਪਾਂ ਉਹ ਚੀਜ਼ ਆਪਾਂ ਨੂੰ ਪਿੰਚ ਕਰੀ ਜਾਂਦੀ ਆ, ਹਨਾ, ਪਰ ਮਤਲਬ ਉਹ ਕਈ ਵਾਰ ਇਹ ਹੁੰਦਾ ਜਿਵੇਂ ਜਿਹੜਾ ਗੋਰੇ ਦਾ ਕਰੈਕਟਰ ਆ, ਗੋਰਾ ਇਦਾਂ ਦਾ ਬੰਦਾ ਜੇ ਉਹਦੀ ਬੇਇੱਜ਼ਤੀ ਰੱਜ ਕੇ ਵੀ ਹੋ ਰਹੀ ਆ, ਜਿਵੇਂ ਟ੍ਰੇਲਰ 'ਚ ਤੁਸੀਂ ਦੇਖਿਆ ਹਨਾ, ਉਹ ਕਹਿੰਦੇ ਵੀ ਨਿਆਇਤੀ ਬੇਵਕੂਫ ਘਟੀਆ ਬਦਤਮੀਜ਼ ਖਤਮ, ਹਨਾ, ਤਾਂ ਗੋਰਾ ਮਤਲਬ ਐਂ ਦੇਖ ਕਹਿੰਦਾ ਵੀ ਪੱਕੀ ਗੱਲ ਆ ਤੁਸੀਂ ਮੇਰੇ ਬਾਰੇ ਇਹ ਸੋਚਦੇ ਹੋ, ਉਹ ਕਹਿੰਦੇ ਹਾਂ ਅੱਛਾ ਯਾਰ ਚਲੋ ਠੀਕ ਆ, ਕਹਿੰਦਾ ਮਤਲਬ ਵੀ ਉਹਦੇ ਅੰਦਰੋਂ ਜਿਹੜੀ ਚੀਜ਼ ਆ ਉਹਨੂੰ ਉਹ ਚੀਜ਼ ਤੰਗ ਹੀ ਨਹੀਂ ਕਰ ਰਹੀ, ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਹਿੰਦੀ ਹੋਊਗੀ, ਫਿਰ ਉਹਦੀ ਆਪਦੀ ਓਪੀਨੀਅਨ ਆਪਣੇ ਆਪ 'ਚ ਤਾਂ ਆਪਾਂ ਘੈਂਟ ਆ, ਹਨਾ, ਮਤਲਬ ਇਹ ਉਹ ਕਰੈਕਟਰ ਉਦਾਂ ਦਾ ਜਿਉਂ ਕੇ ਬੜਾ ਵਧੀਆ ਲੱਗਿਆ, ਉਹ ਬੜੀਆਂ ਚੰਗੀਆਂ ਲੱਗੀਆਂ ਉਹ ਚੀਜ਼ਾਂ ਵੀ ਕਿੰਨੀ ਛੇਤੀ ਚੀਜ਼ਾਂ ਭੁੱਲ ਜਾਣੀਆਂ, ਹਨਾ, ਕਿੰਨੀ ਛੇਤੀ ਤੁਸੀਂ ਇੰਨੀ ਇਨੋਸੈਂਸ ਕਹਿ ਲਈ ਹੈ, ਹਨਾ, ਪਰ ਦੁਨੀਆ ਇਨੋਸੈਂਟ ਬੰਦੇ ਦੀ ਹੈ ਨਹੀਂ। ਤੁਸੀਂ ਇਦਾਂ ਦਾ ਕੈਪਸ਼ਨ ਵੀ ਪਾਇਆ ਵੀ ਸਿੱਧੇ ਬੰਦੇ ਦੀ ਪੁੱਠੀ ਕਹਾਣੀ, ਟੇਢੀ ਕਹਾਣੀ, ਟੇਢੀ ਕਹਾਣੀ, ਜੀ ਜੀ। ਸੋ ਔਖਾ ਹੁੰਦਾ ਇੰਟਰੋਵਰਟਸ ਜਾਂ ਸਿੱਧੇ ਬੰਦੇ ਜਿੱਦਾਂ ਤੁਸੀਂ ਕਹਿ ਰਹੇ ਹੋ ਉਹਨਾਂ ਲਈ ਔਖਾ ਹੁੰਦਾ। ਬਟ ਆਈ ਵਾਂਟ ਟੂ ਆਸਕ, ਜਿਵੇਂ ਟ੍ਰੇਲਰ ਸ਼ੁਰੂ ਹੁੰਦਾ ਹੈ, ਜਿਹੜੇ ਚਾਈਲਡ ਐਕਟਰ ਨੇ ਉਹ ਨੀਰੂ ਮੈਮ ਨੂੰ ਪੁੱਛਦੇ ਨੇ ਕਿ ਫਾਦਰਸ ਸਾਰੇ ਆਉਂਦੇ ਨੇ ਸਕੂਲ 'ਚ, ਵੇਅਰ ਇਜ਼ ਮਾਈ ਫਾਦਰ, ਸੋ ਹੀ ਆਸਕ ਬੇਸਿਕਲੀ ਇੱਕ ਵੀਅਰਡ ਜਿਹਾ ਸਵਾਲ ਪੁੱਛਦਾ ਹੈ ਜਿਹਦਾ ਫਿਰ ਮਦਰ ਨੂੰ ਜਵਾਬ ਲੱਭਣਾ ਪੈਂਦਾ ਹੈ। ਤੁਸੀਂ ਜਦੋਂ ਛੋਟੇ ਸੀ ਕੋਈ ਇਨਐਪਰੋਪ੍ਰੀਏਟ ਜਾਂ ਵੀਅਰਡ ਜੀ ਚੀਜ਼ ਪੁੱਛੀ ਹੈ ਪੇਰੈਂਟਸ ਤੋਂ, ਜਿਸ ਤੋਂ ਬਾਅਦ ਆਫ ਕੋਰਸ ਉਦੋਂ ਤੇ ਤੁਹਾਨੂੰ ਨਹੀਂ ਪਤਾ ਹੋਏਗਾ ਕਿ ਆਇਆ ਇਹ ਮੈਂ ਕੀ ਪੁੱਛਿਆ, ਹੁਣ ਨੀਰੂ ਮੈਮ ਤੇ ਫੇਸ ਬਣਾ ਰਹੇ ਨੇ, ਸ਼ੀ ਇਜ਼ ਡੈਫੀਨਿਟਲੀ, ਮੈਂ ਟੀਵੀ ਤੇ ਨਹੀਂ ਕਹਿ ਸਕਦੀ, ਬਹੁਤ ਹੀ ਮਤਲਬ ਓ ਮਾਈ ਗॉड, ਮੈਨੂੰ ਲਾਈਕ ਸਭ ਕਰਦੇ ਪਰ ਉਹ ਪਤਾ ਨਹੀਂ ਹੁੰਦਾ ਕਿ ਵਾਟ ਆਰ ਵੀ ਆਸਕਿੰਗ। ਉਸ ਟਾਈਮ ਜਦੋਂ ਮੈਂ ਮਤਲਬ ਹੁਣ ਵੀ ਇਨਐਪਰੋਪ੍ਰੀਏਟ ਗਾਣੇ, ਪਰ ਉਸ ਟਾਈਮ ਰੇਡੀਓ ਤੇ ਅਸੀਂ ਸਕੂਲ ਛੱਡਣ ਜਾ ਰਹੇ ਸੀ ਮੇਰੇ ਡੈਡ, ਤੇ ਬਹੁਤ ਹੀ ਪਪੂਲਰ ਇੰਗਲਿਸ਼ ਸੌਂਗ ਸੀ ਤੇ ਉਹਦੇ ਵਿੱਚ ਕੁਝ ਬਹੁਤ ਹੀ ਇਨਐਪਰੋਪ੍ਰੀਏਟ ਸੀ, ਐਂਡ ਮੈਂ ਪੁੱਛਿਆ ਕਿ ਕੀ ਹੈ, ਤਾਂ ਮੈਂ ਗਾ ਵੀ ਰਹੀ ਸੀ, ਇਟ ਵਾਸ ਲਾਈਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਕਿਵੇਂ ਰਿਐਕਟ ਕਰਾਂ, ਐਂਡ ਦੈਨ ਬਾਅਦ ਫਿਰ ਮੈਂ ਘਰੇ ਆਈ ਐਂਡ ਮੇਰੇ ਮਮ ਨੇ ਕਿਹਾ ਕਿ ਹੁਣ ਤੂੰ ਰੇਡੀਓ ਨਹੀਂ ਸੁਣਨਾ, ਤੂੰ ਕਦੇ ਨਹੀਂ ਡੈਡ ਨੂੰ ਇਹ ਗਾਣਾ ਪੁੱਛਣਾ, ਤੇ ਭੁੱਲ ਜਾਓ ਕਿ ਇਹ ਹੋਇਆ ਵੀ ਸੀ। ਸੋ ਹਾਈ ਡੈਡ, ਹਿੰਦੀ ਫਿਲਮ ਲਾਏ। ਤਰਸੇਮ ਜੀ ਤੁਸੀਂ ਕੁਝ ਇਦਾਂ ਵੀਅਰਡ ਜੀ ਗੱਲ ਪੁੱਛੀ ਹੈ? ਮੈਨੂੰ ਲੱਗਦਾ ਜ਼ਿਆਦਾਤਰ ਬੱਚਿਆਂ ਨੇ ਸੇਮ ਮੇਰੇ ਵਾਲੀ ਗੱਲ ਪੁੱਛੀ ਹੋਣੀ ਆ, ਸਾਰੇ ਹੀ ਪੁੱਛ ਲੈਂਦੇ ਆ ਬੱਚੇ, ਕਿੱਥੋਂ ਆਉਂਦੇ ਆ? ਯੈਸ, ਹਾਂ ਯੈਸ, ਮਤਲਬ ਇਹ ਸਵਾਲ ਆ ਜਿਹੜੀ ਹਨਾ ਕਾਮਨ ਕੁਐਸਚਨ ਜੋ ਪੇਰੈਂਟਸ ਆਨਸਰ ਕਰਨ ਲੱਗੇ ਬਹੁਤ, ਤੇ ਉਹਦੇ ਆਨਸਰ ਵੀ ਅਜੀਬ ਮਿਲਦੇ ਆ, ਹਨਾ, ਕੋਈ ਕਹਿੰਦਾ ਵੀ ਤੁਸੀਂ ਬਾਬਾ ਜੀ ਤੋਂ ਚੱਕ ਕੇ ਲੈ ਕੇ ਆਏ ਸੀ, ਮੈਂ ਤਾਂ ਹੀ ਕਹਿੰਦੀ ਆ, ਮਤਲਬ ਇਹੀ ਚੀਜ਼ ਹੁੰਦੀ। ਤੁਸੀਂ ਇਹ ਦੇਖੋ ਵੀ ਇਹੀ ਇਨੋਸੈਂਸ ਆ, ਹਨਾ, ਬੱਚਿਆਂ ਦੀ, ਤਾਂ ਹੀ ਆਪਾਂ ਕਹਿੰਦੇ ਰੱਬ ਦਾ ਰੂਪ ਆ, ਉਹਨੂੰ ਪਤਾ ਹੀ ਨਹੀਂ ਉਹਨੇ ਕਿੱਥੇ ਕੀ ਗੱਲ ਕਹਿਣੀ ਆ। ਕਈ ਵਾਰ ਪੇਰੈਂਟਸ ਨੂੰ ਇੱਕ ਚੀਜ਼ ਬੜੀ ਸਮਝਾਉਂਦੇ ਆ ਰਿਸ਼ਤੇਦਾਰ ਆਉਣ ਤੋਂ ਪਹਿਲਾਂ, ਤੂੰ ਇਦਾਂ ਨਹੀਂ ਕਰਨਾ, ਤੂੰ ਆਹ ਨਹੀਂ ਕਰਨਾ, ਉਹਨਾਂ ਮੂਹਰੇ ਨਹੀਂ ਇਦਾਂ ਬੋਲਣਾ, ਤੇ ਉਹ 2 ਮਿੰਟ ਜਦੋਂ ਆ ਕੇ ਬੈਠਦੇ ਹੀ ਆ ਨਾ, ਦੱਸ ਦਿੰਦਾ ਇਹ ਪਾਪਾ ਆ ਤਾਂ ਬਰਫੀ ਤੁਹਾਡੇ ਲਈ ਅੱਜ ਲੈ ਕੇ ਆਏ ਨੇ, ਅਸੀਂ ਤਾਂ ਖਾਧੀ ਹੋ ਨਹੀਂ ਕਦੇ, ਇਹ ਸਾਨੂੰ ਤਾਂ ਜਦੋਂ ਲਾਸਟ ਟਾਈਮ ਉਹ ਰਿਸ਼ਤੇਦਾਰ ਆਏ ਸੀ ਉਦੋਂ ਮਿਲੀ ਸੀ। ਮਤਲਬ ਇਹ ਹੁੰਦੇ ਆ ਬੱਚੇ, ਤਾਂ ਆਪਾਂ ਕਹਿੰਦੇ ਵੀ ਰੱਬ ਦਾ ਰੂਪ ਨੇ, ਹਨਾ, ਉਹ ਇਨੋਸੈਂਸ ਹੁੰਦੀ ਆ, ਮੈਨੂੰ ਲੱਗਦਾ ਉਹ ਇਨੋਸੈਂਸ ਜਿਹੜੀ ਹੁੰਦੀ ਆ ਉਹ ਬੇਮੁੱਲੀ ਆ ਉਹ।
ਤੁਸੀਂ ਕਦੀ ਕੁੱਟ ਖਾਧੀ ਲਾਈਕ ਪੇਰੈਂਟਸ ਬੈਠੇ ਹੋਏ ਆ ਗੈਸਟ ਆਏ ਹੈ ਐਂਡ ਉਹ ਗਿਫਟਸ ਲੈ ਕੇ ਆਉਂਦੇ ਨੇ ਦੀਵਾਲੀ ਤੇ ਜਾਂ ਸਮ ਓਕੇਜਨ ਐਂਡ ਯੂ نو ਬੱਚੇ ਉਹਨਾਂ ਦੇ ਸਾਹਮਣੇ ਅਨਰੈਪ ਕਰਨਾ ਸ਼ੁਰੂ ਕਰ ਦਿੰਦੇ ਆ ਜਾਂ ਜੋ ਵੀ ਲਿਆ ਕੇ ਰੱਖਿਆ ਹੁੰਦਾ ਹੈ ਡਰਾਈ ਫਰੂਟਸ ਵਟਐਵਰ ਉੱਥੇ ਸਾਹਮਣੇ ਖਾਣਾ ਸ਼ੁਰੂ ਕਰ ਦਿੰਦੇ ਨੇ ਵਾਂਸ ਦੇ ਲੀਵ ਜਿਹੜੇ ਗੈਸਟ ਜਾਂਦੇ ਆ ਫਿਰ ਜੋ ਕਟਾਪਾ ਚੜਦਾ ਹੈ ਬੱਚਿਆਂ ਦਾ ਅਸੀਂ ਉਹ ਆ ਜਦੋਂ ਕਿਸੇ ਰਿਸ਼ਤੇਦਾਰ ਦੇ ਵੀ ਜਾਣਾ ਹਨਾ ਮਤਲਬ ਛੋਟੇ ਹੁੰਦੇ ਦੀ ਗੱਲ ਆ ਜਦੋਂ ਇਹਨਾਂ ਨੇ ਰੱਖਿਆ ਹੋਣਾ ਅੱਗੇ ਖਾਣ ਪੀਣ ਨੂੰ ਸਾਰਾ ਕੁਝ ਹੋਣਾ ਤਾਂ ਇੱਕ ਵਾਰ ਤਾਂ ਥੋੜਾ ਚਿਰ ਤਾਂ ਹੋਲਡ ਰੱਖਣਾ ਕਿਉਂਕਿ ਸਮਝਾਇਆ ਹੁੰਦਾ ਸੀ ਹਨਾ ਵੀ ਇੱਕ ਅੱਧੀ ਚੱਕਣੀ ਆ ਹੁਣ ਜਵਾਕ ਕਿੰਨਾ ਕੁ ਟਾਈਮ ਕੰਟਰੋਲ ਰੱਖਦਾ ਹਨਾ ਜਦੋਂ ਦੋ ਕੁ ਨੂੰ ਪਿਆਰ ਨਾਲ ਬੁਲਾਉਂਦੇ ਨੇ ਆ ਮੇਰਾ ਬੱਚਾ ਇੱਧਰ ਨੂੰ ਆਓ ਇੱਧਰ ਇੱਕ ਅੱਧਾ ਕੋਈ ਹੋਰ ਰਲ ਜਵੇ ਤਾਂ ਬਸ ਚੱਕ ਦਈਦੇ ਸੀ ਫੱਟੇ ਹਨਾ ਤੇ ਉਹ ਚੀਜ਼ ਕਈ ਵਾਰ ਕੁੱਟ ਖਾਣ ਦਾ ਕਾਰਨ ਬਣਦੀ ਸੀ ਤੇ ਵੀ ਤੁਸੀਂ ਜਮਾਂ ਹੀ ਖਿੱਲਰ ਜਾਂਦੇ ਹੋ ਕਦੇ ਦੇਖਿਆ ਨਹੀਂ ਜਦੋਂ ਕਿ ਇਹ ਵੀ ਹੁੰਦਾ ਵੀ ਚੀਜ਼ ਖਾਧੀ ਵੀ ਹੁੰਦੀ ਸੀ ਪਰ ਹੁਣ ਬੱਚਾ ਤਾਂ ਬੱਚਾ ਹੀ ਹੈ ਨਾ ਮਤਲਬ ਇਹੀ ਚੀਜ਼ਾਂ ਇਹ ਬੰਦਾ ਮਿਸ ਕਰਦਾ ਸਾਰੀ ਉਮਰ ਐਂਡ ਦਿਸ ਇਜ਼ ਦੀ ਫਨ ਸੈਗਮੈਂਟ ਜਿੱਥੇ ਅਸੀਂ ਗੇਮਸ ਖੇਡਦੇ ਹਾਂ ਸਾਡੀ ਸਟਾਰਕਾਸਟ ਦੇ ਨਾਲ ਐਂਡ ਇਸ ਵਾਰ ਜੋ ਮੈਂ ਗੇਮ ਜੋ ਮੈਂ ਗਿਫਟ ਫਾਈਨਲਾਈਜ਼ ਦੇ ਸਕਦੇ ਹੋ ਤੁਸੀਂ ਸਾਨੂੰ ਅਸੀਂ ਮਾਈਂਡ ਨਹੀਂ ਕਰਦੇ ਹੈ ਨਹੀਂ ਕੋਈ ਗਿਫਟ ਬਟ ਸਟਿਲ ਯੂ ਹੈਵ ਟੂ ਪਰਫਾਰਮ ਵੈਲ ਹਾਂਜੀ ਇਹ ਗੇਮ ਹੈ ਕਿ ਜਿਹੜੇ ਪੰਜਾਬੀ ਗੀਤ ਨੇ ਉਹਨਾਂ ਦਾ ਮੈਂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਕੀਤਾ ਹੋਇਆ ਯੂ ਹੈਵ ਟੂ ਆਇਡੈਂਟੀਫਾਈ ਦੀ Song ਬੇਸਿਕਲੀ ਓਕੇ ਓਕੇ ਨੀਰੂ ਮੈਮ ਇਸ ਤੋਂ ਪੂਰੇ ਕੌਨਫੀਡੈਂਟ ਨਹੀਂ ਆਮ ਨਾਟ starting with I am yours oh my dear oh my rainbow ਮੈਂ ਤੇਰਾ ਰੇਨਬੋ this is like a song 90s it was a vibe like ਵਿਆਹਾਂ ਚ ਉਹ ਨਹੀਂ ਸੁਣ ਰਹੀ ਹੈ ਉਹ ਚ ਰੇਨਬੋ ਕਿੱਥੇ ਆ ਗਿਆ ਓ ਮਾਈ ਡੀਅਰ ਕਿੱਥੋਂ ਇਹ ਗਾਣਾ ਬਹੁਤ ਚੱਲਦਾ ਸੀ 90s ਦੇ ਵਿਆਹਾਂ ਚ ਅੱਛਾ ਉਹ ਤਾਂ ਮੈਂ ਪੈਦਾ ਵੀ ਨਹੀਂ ਹੋਈ ਸੀ ਮੈਨੂੰ ਨਹੀਂ ਯਾਦ ਤੁਸੀਂ ਦੱਸੋ ਅੱਛਾ ਤੁਸੀਂ ਇਹਦਾ ਲਿਟਰਲ ਟ੍ਰਾਂਸਲੇਸ਼ਨ ਵੀ ਕਰੋਗੇ ਮੈਂ ਸੋਚ ਰਹੀ ਹਾਂ ਕਿ ਮੈਂ ਤੇਰਾ ਮੇਰੀ ਜਾਨ ਮੇਰੀ ਸੋਹਣੀਏ ਮੇਰਾ ਪਿਆਰ ਅੱਛਾ ਵੀਲ ਸਟਾਰਟ ਵਿਦ ਰੇਨਬੋ ਨੂੰ ਕੀ ਕਹਿੰਦੇ ਆ ਪੰਜਾਬੀ ਚ ਹਾਂ ਨਹੀਂ ਫਰਸਟ ਵਰਡ ਸਤਰੰਗੀ ਹਾਂਜੀ ਯੂ ਮਤਲਬ ਇਹਨਾਂ ਨੇ ਗਾਣਾ ਨਹੀਂ ਸੁਣਿਆ ਗਾਇਸ ਦੈਟਸ ਓਕੇ ਬਿਕਾਜ਼ ਜੇ ਸੁਣਿਆ ਹੁੰਦਾ ਫਿਰ ਸਤਰੰਗੀ ਤੋਂ ਗੈਸ ਸੁਣਿਆ ਇਹ ਗਾਣਾ ਮੈਂ ਤਾਂ ਤੇਰੀ ਸੋਹਣਿਆ ਸਜਣ ਮੇਰੀ ਸਤਰੰਗੀਆ ਰੰਗੀ ਸੁਣਿਆ ਯਾਦ ਆ ਗਿਆ ਨਹੀਂ ਸੁਣਿਆ ਓਕੇ ਐਂਡ ਇਹ ਵਾਲਾ ਬਹੁਤ ਈਜ਼ੀ ਹੈ ਓ ਮਾਈ ਬਿਲਵਡ when you looked at me for the first time I was mind blown ਲਵ ਡਾਰਲਿੰਗ ਸੋਹਣੀਏ ਅੱਛਾ ਮੈਨੂੰ ਪਿਆਰ ਤਾਂ ਉਦੋਂ ਹੀ ਹੋ ਗਿਆ ਸੀ ਜਦ ਦੇਖਿਆ ਪਹਿਲੀ ਵਾਰ ਤੱਕਨੀ ਤੇ ਸਮਥਿੰਗ ਕੁਝ ਉਹ ਵਰਡ ਜੋ ਬਿਲਵਡ ਹੈ ਨਾ ਉਹਦੇ ਥਾਂ ਇੱਕ ਸ਼ਬਦ ਹੈ ਜੋ ਐਕਚੁਅਲੀ ਗਾਣੇ ਦਾ ਟਾਈਟਲ ਹੈ ਇਹ ਮੈਂ ਤੁਹਾਡੇ ਕੋਲ ਸੁਣਨਾ ਵੀ ਹੈ ਫਿਰ ਤਰਸੇਮ ਜੀ ਅੱਛਾ ਤੁਹਾਡਾ ਗਾਣਾ ਨਹੀਂ ਫਿਰ ਇਹਨਾਂ ਨੇ ਕਿਉਂ ਗਾਣਾ ਕਿਸੇ ਹੋਰ ਦਾ ਗਾਣਾ ਅਸੀਂ ਨਹੀਂ ਗਾਉਂਦੇ ਕਿਸੇ ਹੋਰ ਸੌਰੀ ਬਹੁਤ ਔਖੀ ਗੇਮ ਠੀਕ ਹੈ ਮੈਂ ਦੱਸ ਦਿੰਦੀ ਲੈਟਸ ਜਸਟ ਰੈਪ ਇਟ ਅਪ ਮੇਰੇ ਰਸ਼ਕੇ ਕਮਰ that word was ਰਸ਼ਕੇ ਕਮਰ ਇਹ ਪੰਜਾਬੀ ਗਾਣਾ ਹਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ ਸੀਗਾ ਤੇ ਦੁਬਾਰਾ ਫਿਰ ਦੁਬਾਰਾ ਆਇਆ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ to place a ring on my finger in return you're asking for diamond heart ਮੈਂ ਨਹੀਂ ਸੁਣਿਆ I don't know ਨਹੀਂ ਚਲੋ ਮੰਨਿਆ ਤੁਸੀਂ ਨਹੀਂ ਸੁਣਿਆ ਤੁਹਾਨੂੰ ਇੰਗਲਿਸ਼ ਵੀ ਨਹੀਂ ਆਉਂਦੀ ਉਹਨੂੰ ਪੰਜਾਬੀ ਚ ਦੱਸ ਦਿਓ ਮੈਨੂੰ ਤਾਂ ਵੈਸੇ ਹੀ ਘੱਟ ਆਉਂਦੀ ਆ ਐਕਸਪੈਕਟੇਸ਼ਨ ਸੀ ਮੈਨੂੰ ਸਮਝ ਨਹੀਂ ਆ ਮੈਂ ਕਿਵੇਂ ਟ੍ਰਾਂਸਲੇਟ ਕਰਾਂ ਮੈਂ ਤਾਂ ਉਹੀ ਮਾਤੜ ਫਸ ਗਿਆ ਸਰਕਾਰੀ ਵਾਲਾ ਮੇਰੇ ਹੱਥ ਕੀ ring to place ring on my finger in return you're asking for diamond's heart ਅੱਛਾ ਮੇਰੇ ਹੱਥ ਤੇ ਅੰਗੂਠੀ ਪਾ ਕੇ ਹੀਰੇ ਜਿਹਾ ਦਿਲ ਹੀਰੇ ਪਾਲਾ ਜਿਹਾ ਦਿਲ ਪਾਲਣਾ ਇਹੀ ਹੈ ਹਾਂ ਯਹੀ ਹੈ ਬੜਾ ਹੋਰ ਯਾਦ ਕਰਾਓ ਨਾ ਮੈਨੂੰ ਨਹੀਂ ਭੁੱਲ ਗਈ ਇਦਾਂ ਛੱਲਾ ਉਂਗਲੀ ਚ ਪਾਉਣ ਬਦਲੇ ਸਾਡਾ ਹੀਰ ਜਿਹਾ ਦਿਲ ਮੰਗਦਾ Okay, ਠੀਕ ਹੈ While adjusting my outfit, I saw you accidentally, and since then you are flaunting your mustache and staring at me. ਉਹਨਾਂ ਤਾਂ ਇੰਨੀ ਅੰਗਰੇਜ਼ੀ ਟ੍ਰਾਂਸਲੇਸ਼ਨ ਕਰਨ ਨੂੰ ਮੈਨੂੰ ਬਹੁਤ ਦੇਰ ਲੱਗ ਇਹ ਰਿਹਾ ਨੀਰੂ ਮੈਮ ਕਰ ਸਕਦੇ ਨੇ ਬਲਿੰਕ ਤਾਂ ਨਹੀਂ ਗੱਭਰੂ ਮੁਝ ਪਸੰਦ ਨਹੀਂ ਉਹ ਬਲਿੰਕ ਕਰੇ ਮੁੱਛਾਂ ਥੋੜੀ ਬਲਿੰਕ ਹੁੰਦੀ ਬਲਿੰਕ ਗੱਲ ਮੁੱਛਾਂ ਦੀ ਚੱਲ ਰਹੀ ਮੈਨੂੰ ਲੱਗਿਆ ਸ਼ੁਰੂਆਤ ਮੁਝ ਤੋਂ ਹੋਣੀ While adjusting my outfit, ਠੀਕ ਹੈ ਜੀ I saw you accidentally, and since then you are flaunting your mustache and staring at me. ਸੂਟ ਠੀਕ ਕਰਦੇ ਹੋਏ ਅੱਛਾ ਚਲੋ I'll just ਇਹ ਮੈਂ ਜਾਣ ਕੇ ਔਖਾ ਕੀਤਾ ਸੀ I'll just cut the word outfit ਥੋੜਾ, ਇੱਥੇ ਚੁੰਨੀ ਹੈ ਅੱਛਾ ਚੁੰਨੀ ਠੀਕ ਕਰਦੇ ਹੋਏ ਮੈਂ ਤੈਨੂੰ ਦੇਖਿਆ ਹਾਂ
ਤੂੰ ਮੈਨੂੰ ਹੁਣੇ ਹੀ ਆਇਆ ਸੀਗਾ ਲਾਈਕ ਨਾਟ ਵੈਰੀ 올ਡ Song ਇਟ ਵਾਸ ਲਾਈਕ ਅੱਛਾ ਤੁਸੀਂ ਜਾਨੀ ਸਾਡਾ ਇਮਤਿਹਾਨ ਹੀ ਲੈ ਰਹੇ ਹੋ ਚੰਗੀ ਤਰ੍ਹਾਂ ਵਾਲਾ ਹਨਾ ਅੱਛਾ ਇਹ ਤਾਂ ਹੈ ਅਸੀਂ ਦੋਨੋਂ ਨਾ ਕਿਤੇ ਅੰਤਾਕਸ਼ਰੀ ਮਤਲਬ ਥੋੜਾ ਜਿਹਾ ਵੀ ਅਸੀਂ ਇੱਕ ਟੀਮ ਨਹੀਂ ਕੋਈ ਤਾਂ ਸਟਰੋਂਗ ਪਲੇਅਰ ਹੋਣਾ ਹਾਂ ਚਾਹੀਦਾ ਆਪਾਂ ਦੋਨੇ ਬਿਲਕੁਲ ਹੀ ਰੱਦੀਓ ਸਭ ਤੋਂ ਨਹੀਂ ਇਹਦਾ ਮਤਲਬ ਇਹ ਹੈ ਬੇਸਿਕਲੀ ਗਾਇਸ ਕਿ ਦੋਨੋਂ ਜਾਣੇ ਜ਼ਿਆਦਾ ਗਾਣੇ ਨਹੀਂ ਸੁਣਦੇ ਸੋ ਦੈਟਸ ਦੀ ਇਹ ਗੱਲ ਹੋ ਸਕਦੀ ਹਾਂ ਇਹੀ ਹੈ ਇਹੀ ਹੈ ਪਰ ਨਾ ਹੁਣ ਨਿਮਰਤਾ ਦਾ ਸੁਣਿਆ ਹੋਊਗਾ ਇਹ ਪਤਾ ਨਹੀਂ ਹੁਣ ਚਲੋ ਹੁਣ ਦੁਬਾਰਾ ਬਤਾ ਦੱਸੋ। ਚੁੰਨੀ ਲੋਟ ਕਰਦੀ ਨੀ ਤੱਕ ਕੀ ਲਿਆ ਹੱਥ ਮੁੱਛਾਂ ਉੱਤੇ ਫੇਰ ਨਾਲ ਤੱਕਦਾ ਫਿਰੇ ਤੁਸੀਂ ਸਾਰੇ ਤੋਂ ਇਹ ਤਾਂ ਸੁਣਿਆ ਡਿਫਿਕਲਟ ਹੋਇਆ। ਗਾਣਾ ਤੁਸੀਂ ਸੁਣਿਆ ਨਾ ਸੁਣਿਆ ਹੋਇਆ See. Chalo, okay. Now we are going to change the game only. Now you have only 3 seconds to answer. Okay. Now you have all the pressure on you. ਠੀਕ ਹੈ ਠੀਕ ਹੈ ਜੀ Neeru ma'am and Tarsim Jassar ji, you can be a team. Okay. ਪਰ ਸਾਨੂੰ 10 ਸੈਕਿੰਡ ਦੇ ਅੰਦਰ ਅੰਦਰ ਇੱਕ ਜਵਾਬ ਚਾਹੀਦਾ ਹੈ ਕੱਲੇ ਕੱਲੇ ਵੀ ਵੀਕ ਆ ਸ਼ਾਇਦ ਕੁਝ ਬਣ ਜਾਏ ਕੁਛ ਤਾਂ ਇਕੱਠੇ ਫਰਕ ਕਰਨਾ ਹੈ ਪਊਗਾ ਇਕੱਠੇ 1 2 3 go name 3 movies which has Amrinder Gill in it come on ਅੰਗਰੇਜ਼ ਛੱਲਾ ਮੁੜ ਕੇ ਨਹੀਂ ਆਇਆ ਛੱਲਾ- ਲਾਹੌਰੀਏ good 3 seconds count ਕਰਨਾ ਤੁਸੀਂ okay ਗੁੱਡ ਜੌਬ ਜਿੱਤ ਗਏ ਮੈਂ You're ਚਾਚਾ working ਚਾਚੀ as a ਰਹਿ ਗਈ team. ਇਹ ਤੁਸੀਂ ਮਤਲਬ ਤੁਸੀਂ ਆਰਟਿਸਟ ਤੇ ਇਹੋ ਜਿਹਾ ਨਾਮ ਲਿਆ ਜਿਹਦੇ ਮੇਰੇ ਨਾਲ ਦੀ ਨਾਲ ਦਿਮਾਗ 'ਚ ਆ ਗਈਆਂ ਸੱਚੀ ਅਮਰਿੰਦਰ ਗਿੱਲ ਬਾਈ ਦੀਆਂ ਫਿਲਮਾਂ ਵੈਸੇ ਵੀ ਦੇਖੀਆਂ iconic ਹੁੰਦੀਆਂ ਥੋੜੀਆਂ ਮੈਂ ਚੱਲ ਮੇਰਾ ਪੁੱਤ ਬੋਲਣਾ ਜਾ ਰਹੀ ਸੀ ਬਟ ਉਹ ਰੁਕ ਗਈ ਚਾਹ ਦੇ name 3 songs that has word ਗੱਡੀ ਗੱਡੀ ਤੇ ਨਾ ਚੜ ਹਾਂ ਡਨ ਇੱਕ ਠੀਕ ਹੈ ਹਾਂ ਗੱਡੀ ਕਾਲੀ ਪਤਾ ਨਹੀਂ ਕੀ ਹੋ ਗਿਆ ਗੱਡੀ ਸਾਡਾ ਕਾਲੀ ਗਾਣਾ ਹੀ ਨਹੀਂ ਗੱਡੀ ਟਾਈਮ ਇਜ਼ ਅਪ ਇੱਕ ਉਹ ਵੀ ਤੇ ਗਿੱਪੀ ਜੀ ਦਾ ਗੱਡੀ ਮੇਰੀ ਜਾਂਦੀ ਤੈਨੂੰ ਆਵਾਜ਼ ਮਾਰਦੀ ਬਾਉਂਸ ਸਮਥਿੰਗ ਚਮਕਾ ਕੇ ਗੱਡੀਆਂ ਮੇਰਾ ਆਪਦਾ ਹੀ ਸੀ ਉਹ ਆਪ ਦਾ ਵੀ ਸੀ ਮੈਂ ਕਿਹਾ ਆਪਾਂ ਬਹੁਤ ਮਾੜੇ ਪਲੇਅਰ ਆ ਬਈ ਇਸ ਫਿਲਮ ਦੇ ਵਿੱਚ ਨਿਰਮਲ ਰਿਸ਼ੀ ਮੈਮ ਹੈਗੇ ਨੇ ਨੇਮ 3 ਫਿਲਮਸ ਆਫ ਨਿਰਮਲ ਰਿਸ਼ੀ ਮੈਮ ਵੈਰੀ ਈਜ਼ੀ ਪਲੀਜ਼ ਕਾਊਂਟ ਰੱਬ ਦਾ ਰੇਡੀਓ 1 ਰੱਬ ਦਾ ਰੇਡੀਓ 2 ਮਾਂ ਦਾ ਲਾਡਲਾ ਈਜ਼ੀ ਨਾਓ ਇਟਸ ਅ ਟਫ ਵਨ ਆਈ ਐਡਮਿਟ ਪਰ ਸਾਡੇ ਜਿਹੜੇ ਪਲੇਅਰਸ ਨੇ ਕਰਨਗੇ ਇਹ ਬਸ ਸੈਕਿੰਡ ਵਧਾ ਦਿਓ ਪਲੀਜ਼ 2 ਵਧਾ ਦਿਓ ਹਾਂ 3 ਪੰਜ ਕਰ ਦਿਓ, 5 ਪੰਜ ਦੇ ਦਿਓ, seconds. 5 ਦੇ ਦਿਓ ਹਾਂ ਨੇਮ 3 ਫਿਲਮਸ ਆਫ ਬੀਨੂ ਟੈਲੋਜੀ ਇਨ ਅਸੈਂਡਿੰਗ ਆਰਡਰ ਮੇਲ ਕਰਾ ਦੇ ਰੱਬਾ ਹਾਂ ਜੀ ਨੇ ਮੇਰਾ ਦਿਲ ਲੁੱਟਿਆ ਕਮ ਔਨ ਟਾਈਮ ਕੈਰੀ ਔਨ ਜੱਟਾ no ਇੱਕ ਹੀ ਆਰਡਰ ਚ ਦੱਸਣਾ ਲਾਈਕ ਦ ਇੱਕ order 'ਚ ਰਿਲੀਜ਼ ਦੱਸਣਾ, ਆਰਡਰ ਯਾ ਹਾਂਜੀ ਹਾਂਜੀ ਫਿਰ ਤੁਸੀਂ ਪਹਿਲਾਂ ਵਾਲੀਆਂ 2 ਇਹਨਾਂ ਵਾਲੀਆਂ ਰੱਖੋ ਹਾਂ। ਤੀਜੀ ਕਾਲਾ ਸ਼ਾਹ ਕਾਲਾ ਪਾ ਦਿਓ ਕਾਫੀ ਦੂਰ ਆਪਾਂ ਜਿੱਤ ਗਏ ਬਸ ਓਕੇ ਜਿੱਤ ਗਏ ਸੈਟਿੰਗ ਕਰ ਲਈ Name 3 films in ascending order of release of Neeru Bajwa. Tarsim Jassar ji ਜਲਦੀ ਹਾਂ ਹਾਂ 1 2 3 ਚਲੋ, ਮਤਲਬ ਚਲੋ। ਮੇਲ ਕਰਾ ਦੇ ਰੱਬਾ ਹਾਂ ਤੇ ਉਹਦੇ ਨਾਲ ਹੀ ਹੋਣੀ ਚਾਹੀਦੀ ਹੈ ਉਹਦੇ ਜੱਟ ਉਹਦੇ ਬਿਲਕੁਲ ਨਾਲ ਯੈਸ ਅਗਲੀ ਜਿਹੜੀ ਜੀ ਫਿਲਮ ਨੇ ਮੇਰਾ ਇੰਨਾ ਕਿਵੇਂ ਯਾਦ ਜਿਹਨੇ ਹੋਊਗਾ? ਮੇਰਾ ਦਿਲ- ਜਿਹਨੇ ਮੇਰਾ ਦਿਲ ਲੁੱਟਿਆ ਜੱਟ ਐਂਡ ਜੂਲੀਅਟ ਇਹੀ ਹੈ ਜਿੱਤ ਗਏ Name ਹਾਂ, 3 ਮੈਂ films ਇੱਕ of ਸੈਕਿੰਡ ਤਿਆਰ ਹੋ ਜਾ ਮੈਨੂੰ ਪਤਾ I'm going to change the ਬਸ question. ਮੇਰੀਆਂ ਫਿਲਮਾਂ ਯਾਦ ਕਰ ਲਓ I'm ਫਟਾਫਟ going to- I'm going to ਰੱਬ ਦਾ change the- ਰੇਡੀਓ I'm going to change the ਪੁੱਛਿਆ ਹੀ question. ਨਹੀਂ ਪੁੱਛਿਆ ਹੀ ਨਹੀਂ I'm going to change the question. ਗਾਣੇ ਨਹੀਂ ਹੋ ਸਕਦੇ ਨਹੀਂ ਪੁੱਛੀ ਨਹੀਂ ਪੁੱਛੀ Name 3 films of Tarsim Jassar ji in descending order. Tarsim Jassar ji ਉਧਰ ਦੇਖੋ ਠੀਕ ਹੈ ਮਾਂ ਦਾ ਲਾਡਲਾ ਖਾਓ ਪੀਓ ਐਸ਼ ਕਰੋ ਗੱਲ ਵੱਖਰੀ ਬਹੁਤ ਈਜ਼ੀ ਆ ਤਾਂ ਵੈਰੀ ਨਾਈਸ ਲਵਲੀ ਇਹ ਤੁਹਾਡੇ ਦੋਵਾਂ ਲਈ ਹੈ ਪਰ ਇਹਦੇ ਚ ਨੀਰੂ ਬਾਜਵਾ ਮੈਮ ਦੇ ਪੁਆਇੰਟਸ ਗਿਣੇ ਜਾਣਗੇ ਜੱਸਰ ਸਾਹਿਬ ਦੇ ਨਹੀਂ ਗਿਣੇ ਜਾਣਗੇ ਨੇਮ 3 songs of Tarsim Jassar ਕਜਲਾ ਗੱਲ ਵੱਖਰੀ ਐਂਡ oh god there's so many oh wrangler ਵੈਰੀ ਗੁੱਡ well played guys lovely oh you guys ਪਸੀਨਾ ਆ ਗਿਆ ਪ੍ਰੈਸ਼ਰ ਆਇਆ seriously thank you for being such a sport thank you ਮਾਂ ਦਾ ਲਾਡਲਾ ਤੇ ਵਾਪਸ ਆਉਨੇ ਆ ਫੰਕਸ਼ਨ ਹੋ ਗਿਆ ਐਂਡ ਜਿਵੇਂ ਕਿ ਮੈਂ ਕਹਿ ਰਹੀ ਸੀਗੀ ਕਿ ਟ੍ਰੇਲਰ ਦੇ ਵਿੱਚ ਕੁਝ ਬਹੁਤ ਹੀ ਬਿਊਟੀਫੁਲ ਚੀਜ਼ਾਂ ਵੀ ਸੀਗੀਆਂ ਅਦਰ ਦੈਨ ਦ ਕਾਮੇਡੀ ਪਾਰਟ ਇੱਕ ਪੰਜਾਬੀ ਸਿਨੇਮਾ ਦੇ ਵਿੱਚ ਸਿੰਗਲ ਪੈਰੈਂਟ ਦੀ ਰਿਪਰੈਜ਼ੈਂਟੇਸ਼ਨ ਆਈ ਥਿੰਕ ਇੰਨੀ ਬਿਊਟੀਫੁਲੀ ਤੇ ਨਹੀਂ ਹੋਈ ਹੈ ਪਹਿਲੇ ਐਂਡ ਦ ਨੀਡ ਟੂ ਹੈਵ ਅ ਪਾਰਟਨਰ ਔਰ ਮੇਬੀ ਟੂ ਨਾਟ ਹੈਵ ਅ ਪਾਰਟਨਰ ਇਟਸ ਵੈਰੀ ਇੰਡੀਵਿਜੂਅਲ ਸਭ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਟੂ ਹੈਵ ਔਰ ਟੂ ਨਾਟ ਹੈਵ ਜੀ, ਬਿਲਕੁਲ। ਬਟ ਦ ਰਿਪਰੈਜ਼ੈਂਟੇਸ਼ਨ ਇਜ਼ ਮਸਟ ਲਾਈਕ ਹੋਣੀ ਚਾਹੀਦੀ ਸੀ ਇਹਦੇ 'ਤੇ ਵੀ ਕੋਈ ਫਿਲਮ ਕੋਈ ਗੱਲ ਨੀਰੂ ਮੈਮ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਲਾਈਕ ਇਹ ਜਿਹੜੀ ਚੀਜ਼ ਸੀਗੀ ਜਾਂ ਇਨ ਸੋਸਾਇਟੀ ਹਾਊ ਡੂ ਯੂ ਸੀ ਇਟ ਲਾਈਕ ਸਿੰਗਲ ਪੈਰੈਂਟਸ ਇਟਸ ਵੈਰੀ ਡਿਫਿਕਲਟ ਟੂ ਰੇਜ਼ ਅ ਚਾਈਲਡ ਔਨ ਇਟਸ ਓਨ ਭਾਵੇਂ ਉਹ ਸਿੰਗਲ ਫਾਦਰ ਹੋਵੇ ਚਾਹੇ ਸਿੰਗਲ ਮਦਰ ਹੋਵੇ ਦੋਨਾਂ ਲਈ ਹਾਊ ਡੂ ਯੂ ਸੀ ਇਟ ਕੱਲ ਹੀ ਤਰਸੀਮ ਜੀ ਕਹਿ ਰਹੇ ਸੀ ਕਿ ਪ੍ਰੈਸ਼ਰ ਇੰਨਾ ਹੁੰਦਾ ਹੈ ਕਿ ਡਿਵੋਰਸ ਨਾ ਕਰੋ ਬੇਇੱਜ਼ਤੀ ਹੋਗੀ ਇਹ ਹੋਗਾ ਉਹ ਹੋਗਾ ਸੋ ਜੋ ਇਹਨਾਂ ਨੇ ਰੈਫਰੈਂਸ ਲਿਆ ਸੀ ਜੋ ਮਨਦੀਪ ਜੀ ਜਿਨ੍ਹਾਂ ਨੇ ਸੁਸਾਈਡ ਕੀਤਾ ਸੀ ਸੋ ਅਸੀਂ ਸਾਡੇ ਉੱਤੇ
ਸੋਸਾਇਟੀ ਫੈਮਿਲੀ ਦੀ ਇੰਨੀ ਪ੍ਰੈਸ਼ਰ ਹੁੰਦੀ ਆ ਕਿ ਉਹ ਤੁਹਾਨੂੰ ਮਜਬੂਰ ਕਰ ਦਿੰਦੇ ਆ ਕਿ ਜੇ ਤੁਸੀਂ ਮਤਲਬ ਇੱਕ ਅਨਹੈਪੀ ਮੈਰਿਜ ਦੇ ਵਿੱਚੋਂ ਐਂਡ ਯੂ ਨੋ ਅਬਿਊਸਿਵ ਰਿਲੇਸ਼ਨਸ਼ਿਪ ਵਿੱਚੋਂ ਕੁਝ ਵੀ ਮਤਲਬ ਉਹ ਤੁਸੀਂ ਯੂ ਗੈਟ ਸਟਕ ਵਿਦ ਦੈਟ ਪਰਸਨ ਸੋ ਇਹ ਨਹੀਂ ਹੋਣਾ ਚਾਹੀਦਾ ਆਈ ਥਿੰਕ ਕਿ ਸੋਸਾਇਟੀ ਤੇ ਫੈਮਿਲੀ ਨੂੰ ਥੋੜ੍ਹਾ ਹੋਰ ਸਪੋਰਟਿਵ ਹੋਣਾ ਚਾਹੀਦਾ ਹੈ ਟੂ ਯੂ ਨੋ ਨਾਟ ਪੁੱਟ ਦੈਟ ਪ੍ਰੈਸ਼ਰ ਕਿਸੇ ਤੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਯੂ ਨੋ ਸਾਰਿਆਂ ਨੂੰ ਹੱਕ ਹੈ ਟੂ ਬੀ ਹੈਪੀ ਐਂਡ ਇੱਕ ਅੱਛੇ ਪਾਰਟਨਰ ਇੱਕ ਅੱਛੇ ਫਾਦਰ ਮਦਰ ਐਂਡ ਆਈ ਥਿੰਕ ਬੱਚਿਆਂ ਲਈ ਵੀ ਉਹ ਐਟਮੋਸਫੀਅਰ ਕਦੀ ਪੋਜ਼ਿਟਿਵ ਨਹੀਂ ਹੋ ਸਕਦਾ ਜਿੱਥੇ ਵੀ ਕੋਈ ਨੈਗੇਟਿਵਿਟੀ ਹੋਵੇ ਸੋ ਬਟ ਯੂ ਨੋ ਮਾਂ ਦਾ ਲਾਡਲਾ ਜਦੋਂ ਜਗਦੀਪ ਜੀ ਜਿਹਨਾਂ ਜੋ ਸਾਡੇ ਰਾਈਟਰ ਨੇ ਮੈਂ ਇਸ ਬਾਰੇ ਸੋਚਿਆ ਨਹੀਂ ਹੁਣ ਇਸ ਵਾਰ ਜਦੋਂ ਇੰਟਰਵਿਊਜ਼ ਕਰ ਰਹੇ ਹਾਂ ਤਾਂ ਤੁਸੀਂ ਸਾਰੇ ਇਹ ਪੁਆਇੰਟਸ ਲੈ ਕੇ ਆਏ ਹੋ ਸਾਡੇ ਸਾਹਮਣੇ ਨਾਮ ਲਾਈਕ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ ਜਦੋਂ ਜੱਗੀ ਨੇ ਸਟੋਰੀ ਸੁਣਾਈ ਐਂਡ ਬਟ ਇਟਸ ਅਮੇਜ਼ਿੰਗ ਕਿ ਤੁਸੀਂ ਸਾਰਿਆਂ ਨੇ ਇਹ ਗੱਲ ਪਿਕਅਪ ਕੀਤੀ ਐਂਡ ਆਈ ਹੈਵ ਟੂ ਸੇ ਕਿ ਉਹ ਬਹੁਤ ਯੰਗ ਰਾਈਟਰ ਨੇ ਐਂਡ ਪ੍ਰੋਗਰੈਸਿਵ ਸੋਚ ਹੈ ਤਰਸੇਮ ਜੀ ਆਈ ਵਾਂਟ ਟੂ ਸੇ ਕਿ ਇਹਨਾਂ ਨੇ ਐਸਾ ਸਬਜੈਕਟ ਪ੍ਰੋਡਿਊਸ ਕੀਤਾ ਸਾਡੇ ਡਾਇਰੈਕਟਰ ਇਟਸ and you guys all like it ਤਰਸੇਮ ਜੀ ਮਾਂ ਦਾ ਲਾਡਲਾ ਅਸੀਂ ਸਾਰੇ ਹੁੰਨੇ ਆ ਬੱਚਾ ਕਿਸੇ ਵੀ ਤਰ੍ਹਾਂ ਦਾ ਹੋਏ ਬਹੁਤ ਗਲਤ ਕੰਮਾਂ 'ਚ ਵੀ ਪਿਆ ਹੋਏ ਨਾ ਮਾਵਾਂ ਫਿਰ ਵੀ ਉਹਨਾਂ ਨੂੰ ਇੱਕ ਹੋਰ ਨਜ਼ਰ ਨਾਲ ਦੇਖਦੇ ਨੇ ਸੁਸਾਇਟੀ ਉਹਨਾਂ ਨੂੰ ਹੋਰ ਨਜ਼ਰ ਨਾਲ ਦੇਖਦੀ ਹੈ ਬਟ ਐਟ ਦ ਸੇਮ ਟਾਈਮ ਆਈ ਫੀਲ ਕਿ fathers ਦੇ ਨਾਲ we are not you know that expressive or that vocal about the feelings or that physical you know that intimacy with fathers ki you know hug karke gaye or whatever how was your relationship ਤੁਹਾਡਾ relationship ਤੁਹਾਡੇ father ਦੇ ਨਾਲ ਰਿਹਾ ਹੈ ਦਾ vocal expressive ਗੱਲ ਦੱਸਣੀ ਪੁੱਛਣੀ ਤਾਂ ਚੱਲਦੀ ਰਹਿੰਦੀ ਆ ਪਰ ਜਿਵੇਂ ਪਾਪਾ ਦਾ ਨਾ ਸ਼ੁਰੂ ਤੋਂ ਹੀ ਉਹ ਉਹਨਾਂ ਦੀ ਉਹ ਆਪਣੇ ਆਪ 'ਚ ਬੜੇ ਮਤਲਬ ਪਰਫੈਕਟ ਨੇ ਹਨਾ ਮਤਲਬ ਆਪਣੀ ਲਾਈਫ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕਰਨਾ ਉਹ ਪੂਰੀ ਪਰਫੈਕਸ਼ਨ 'ਚ ਕਰਨਾ ਜਿੰਨਾ ਕਰਨਾ ਉਨਾ ਹੀ ਕਰਨਾ ਤੇ ਹਾਰਡ ਵਰਕ ਬਹੁਤ ਕੀਤਾ ਉਹਨਾਂ ਨੇ ਮਤਲਬ ਅਸੀਂ ਮੈਨੂੰ ਪਤਾ ਕਿਵੇਂ ਜ਼ਮੀਨਾਂ ਜੋੜੀਆਂ ਹਨਾ ਕਿਵੇਂ ਉਹਨਾਂ ਨੇ ਮਿਹਨਤ ਕੀਤੀ ਕਿਵੇਂ ਮੇਰੀਆਂ 3 ਵੱਡੀਆਂ ਭੈਣਾਂ ਸੀ ਕਿਵੇਂ ਕੁੜੀਆਂ ਨੂੰ ਕਿਵੇਂ ਰੇਜ਼ ਕੀਤਾ ਤੇ ਮੈਨੂੰ ਯਾਦ ਆ ਹਜੇ ਵੀ ਮੇਰੇ ਸਿਸਟਰ ਜਦੋਂ ਜਾਂਦੇ ਸੀ ਉਦੋਂ ਨਾ ਹਜੇ ਮਤਲਬ ਕਿਨੈਟਿਕ ਹੋਂਡਾ ਹੁੰਦਾ ਸੀ ਇੱਕ ਬਹੁਤ ਪੁਰਾਣੀ ਗੱਲ ਆ ਉਹ ਟਾਈਮ ਮੇਰੀ ਸਿਸਟਰ ਉਹ ਚਲਾਉਂਦੀ ਹੁੰਦੀ ਸੀ ਮਤਲਬ ਉਹਨਾਂ ਨੇ ਕੁੜੀਆਂ ਨੂੰ ਇਦਾਂ ਮਤਲਬ ਪਾਲਿਆ ਹਨਾ ਸਾਰਾ ਕੁਝ ਖੁੱਲ੍ਹ ਪੂਰੀ ਦਿੱਤੀ ਪਰ ਨਾਲ ਦੀ ਨਾਲ ਇੱਕ ਉਹਨਾਂ ਦਾ ਡਰ ਸੀਗਾ ਦਿਮਾਗ 'ਚ ਉਹਨਾਂ ਨੇ ਨਾਲ ਚੀਜ਼ਾਂ ਦੱਸੀਆਂ ਸੀ ਵੀ ਆਹ ਲਿਮਿਟ ਨਹੀਂ ਕ੍ਰਾਸ ਹੋਣੀ ਚਾਹੀਦੀ ਇੱਥੋਂ ਤੱਕ ਤੁਹਾਨੂੰ ਖੁੱਲ੍ਹ ਪੂਰੀ ਆ ਹਨਾ ਵੀ ਇਹ ਨਹੀਂ ਬਸ ਇਹ ਚੀਜ਼ਾਂ ਤੁਸੀਂ ਹਜੇ ਬੱਚੇ ਹੋ ਤੁਹਾਨੂੰ ਹੌਲੀ ਪਤਾ ਲੱਗਣਗੀਆਂ ਇਹ ਤੁਸੀਂ ਸਾਡੇ ਕਹੇ ਤੇ ਮੰਨਣੀਆਂ ਨੇ ਅਸੀਂ ਤੁਹਾਡੀਆਂ ਸਾਰੀਆਂ ਮੰਨਣੀਆਂ ਨੇ ਉਹ ਇਦਾਂ ਸੀਗੀ ਪਾਪਾ ਨਾਲ ਮਤਲਬ ਉਹ ਚੀਜ਼ਾਂ ਦਾ ਡਰ ਇੱਕ ਜ਼ਰੂਰ ਹੁੰਦਾ ਸੀ ਉਹਨਾਂ ਦਾ ਹਨਾ ਉਹ ਹੁਣ ਵੀ ਹੈਗਾ ਉਹ ਇਦਾਂ ਹੀ ਰਹਿਣਾ ਮਤਲਬ ਜਿਵੇਂ ਜਿਹੜਾ ਬਾਪੂ ਦਾ ਰੋਹਬ ਹੁੰਦਾ ਉਹ ਉਦਾਂ ਹੀ ਰਹਿਣਾ ਪਰ ਉਹਨਾਂ ਨੇ ਮੈਨੂੰ ਯਾਦ ਆ ਮੈਨੂੰ ਕਾਲਜ ਜਾਣ ਤੋਂ ਪਹਿਲਾਂ ਵੀ ਕਈ ਗੱਲਾਂ ਸਮਝਾਈਆਂ ਸੀ ਜਿਹੜੀਆਂ ਇੱਕ ਫਰੈਂਡ ਨੂੰ ਦੱਸ ਸਕਦਾ ਮਤਲਬ ਉਹ ਮੈਂ ਬੜਾ ਮੈਨੂੰ ਹੁਣ ਵੀ ਮੈਂ ਯਾਦ ਕਰਦਾ ਵੀ ਪਾਪਾ ਕਿੰਨੇ ਐਡਵਾਂਸ ਰਹੇ ਨੇ ਸ਼ੁਰੂ ਤੋਂ ਹਨਾ ਵੀ ਉਹਨਾਂ ਨੇ ਕੁੜੀਆਂ ਨੂੰ ਵੀ ਕਿਵੇਂ ਸਿਖਾਇਆ ਕਿਵੇਂ ਸਮਝਾਇਆ ਤੇ ਮੈਨੂੰ ਵੀ ਜਦੋਂ ਮੈਂ ਕਾਲਜ ਜਾਣਾ ਸੀ ਮੇਰਾ ਜਦੋਂ ਮੈਂ ਫਸਟ ਈਅਰ ਦੇ ਵਿੱਚ ਉੱਥੇ ਦਾਖਲਾ ਕਰਾ ਕੇ ਆਇਆ ਸੀ ਉਦੋਂ ਮੈਨੂੰ ਸਪੈਸ਼ਲ ਹਜੇ ਵੀ ਆਦਾ ਸੀ ਮੋਟਰ ਤੇ ਬੈਠੇ ਸੀ ਮੈਨੂੰ ਬਿਠਾ ਕੇ ਮੇਰੇ ਤੇ ਗੱਲਾਂ ਕੀਤੀਆਂ ਮੇਰੇ ਨਾਲ ਕਹਿੰਦੇ ਵੀ ਹੁਣ ਤੂੰ ਉਹਦੇ ਵਿੱਚ ਚਲਿਆ ਗਿਆ ਜਿਹੜੀ ਏਜ ਦੇ ਵਿੱਚ ਤੈਨੂੰ ਕੋਈ ਵੀ ਗੱਲ ਹੋਵੇ ਤੂੰ ਮੈਨੂੰ ਦੱਸਣੀ ਆ ਤੇ ਮੈਂ ਤੈਨੂੰ ਆਹ ਗੱਲਾਂ ਦੱਸ ਰਿਹਾ ਤੇ ਕਿਉਂਕਿ ਇਹ ਤੈਨੂੰ ਮੈਂ ਹੀ ਦੱਸ ਸਕਦਾ ਹਨਾ ਤੂੰ ਬਾਹਰੋਂ ਕਿਤੋਂ ਸੁਣੇਗਾ ਸਿੱਖੇਗਾ ਉਹ ਗਲਤ ਸਿੱਖ ਸਕਦਾ ਇਹ ਚੀਜ਼ਾਂ ਇਦਾਂ ਹੁੰਦੀਆਂ ਮੈਂ ਆਪਣੀ ਜਵਾਨੀ 'ਚ ਆਹ ਚੀਜ਼ਾਂ ਫੇਸ ਕੀਤੀਆਂ ਤੈਨੂੰ ਆਹ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ ਤੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਵੀ ਕਿਤੇ ਪਿੱਠ ਨਾ ਲੱਗੇ ਬਸ ਨਾ ਤੇਰੀ ਨਾ ਸਾਡੀ ਇਹ ਚੀਜ਼ਾਂ ਮਤਲਬ ਉਹਨਾਂ ਨੇ ਕਹੀਆਂ ਪਰ ਉਹ ਬੜਾ ਵਧੀਆ ਸੀ ਸੇਮ ਮਾਂ ਨਾਲ ਵੀ ਸੇਮ ਹੈ ਹਨਾ ਤੇ ਉਹਨਾਂ ਨਾਲ ਵੀ ਇਦਾਂ ਹੀ ਆ ਪਰ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ ਰੋਜ਼ ਹੱਕ ਕਰਕੇ ਜਾਣਾ ਜਾਂ ਹੱਕ ਕਰਕੇ ਆਉਣਾ ਹਨਾ ਉਹ ਸ਼ਾਇਦ ਅਸੀਂ ਉਹ ਜਨਰੇਸ਼ਨ ਦੇ ਵਿੱਚੋਂ ਆ ਹਨਾ ਜਦੋਂ ਉਹ ਚੀਜ਼ਾਂ ਹੁੰਦੀਆਂ ਸੀ ਹੁਣ ਮੈਂ ਕਹਿੰਦਾ ਵੀ ਨਵੇਂ ਹੋਰ ਲੱਕੀ ਨੇ ਠੀਕ ਆ ਜਿਹੜੇ ਨਵੇਂ ਨੇ ਨਾ ਮਤਲਬ ਚਾਹੇ 2000 ਸਾਲ ਦੇ ਨੇੜੇ ਤੇੜੇ ਵਾਲੇ ਜਿੰਨੇ ਵੀ ਬੱਚੇ ਨੇ ਉਹ ਇਹੋ ਜਿਹੇ ਮਾਹੌਲ ਦੇ ਵਿੱਚ ਆਏ ਆ ਹਾਂਜੀ ਉਹ ਮਤਲਬ ਉਹ ਉਹਨਾਂ ਲਈ ਇਹ ਰੂਟੀਨ ਆ ਹਨਾ ਤੇ ਮੈਂ ਕਹਿੰਦਾ ਉਹ ਲੱਕੀ ਨੇ ਸਾਡੇ ਨਾਲ ਜ਼ਿਆਦਾ ਅਸੀਂ ਸ਼ਾਇਦ ਉਹ ਟਾਈਮ ਦੇ ਵਿੱਚ ਇਦਾਂ ਹੀ ਆ ਅਸੀਂ ਉਹ ਬੰਨੇ ਜੇ ਰਹਿੰਦੇ ਆ ਹਨਾ ਮਤਲਬ ਉਹ ਚੀਜ਼ਾਂ ਨੂੰ ਲੈ ਕੇ ਉਨੇ ਜ਼ਿਆਦਾ ਨਹੀਂ ਉਹਨਾਂ ਨੂੰ ਕਰ ਸਕਦੇ ਤੇ ਪਰ ਉਹਨਾਂ ਨੂੰ ਪਤਾ ਮੈਨੂੰ ਪਤਾ ਵੀ ਜਿਹੜੀ ਉਹਨਾਂ ਦੀ ਜਗ੍ਹਾ ਉਹ ਹੈਗਾ ਹਨਾ ਤੇ ਜਿਹੜਾ ਫੀਲ ਆ ਮਾਂ ਪਿਓ ਤੋਂ ਵੱਡਾ ਤਾਂ ਕੁਝ ਵੀ ਨਹੀਂ ਮੈਂ ਤਾਂ ਇਹ ਅਕਸਰ ਕਹਿਣਾ ਹੁੰਦਾ ਵੀ ਜੋ ਵੀ ਮੈਂ ਅੱਜ ਹੈਗਾ ਜੇ ਮੇਰੇ 'ਚ ਕਿਣਕਾ ਵੀ ਕੋਈ ਚੰਗਾ ਤਾਂ ਉਹਨਾਂ ਦਿੱਤਾ ਤੇ ਜਿਹੜਾ ਮਾੜਾ ਉਹ ਤਾਂ ਮੈਂ ਆਪ ਕ੍ਰੀਏਟ ਕੀਤਾ ਹੋਇਆ ਤੇ ਉਹਨਾਂ ਕਰਕੇ ਜੋ ਤੁਸੀਂ ਆਪਣੇ ਫਾਦਰ ਦੇ ਬਾਰੇ ਦੱਸ ਰਹੇ ਸੀਗੇ ਨਾ ਦੈਟ ਹੀ ਇਜ਼ ਵੈਰੀ ਪਰਫੈਕਟ ਹੀ ਜਿੰਨਾ ਕਰਨਾ ਉਹਨਾਂ ਕਰਨਾ ਸਮਵੇਅਰ ਯੂ نو ਆਈ ਕੈਨ ਸੀ ਦੈਟ ਇਨ ਯੂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ 'ਚ ਉਹ ਤੁਹਾਡੀ ਪਰਸਨੈਲਿਟੀ 'ਚ ਵੀ ਹੈ ਵੈਰੀ ਪ੍ਰਿਮ ਪ੍ਰੋਪਰ ਜਿੰਨਾ ਕਰਨਾ ਉਹਨਾਂ ਹੀ ਕਰਨਾ ਫਿਲਮ ਤੇ ਆਉਂਦੇ ਆ ਟ੍ਰੇਲਰ ਤੋਂ ਪਹਿਲਾਂ ਟਾਈਟਲ ਟਰੈਕ ਆਇਆ what is the strategy like ਇਹ ਸਪੈਸ਼ਲੀ ਕਿਉਂ ਕੀਤਾ ਗਿਆ like first we'll release the song then the trailer
ਕਿਉਂਕਿ ਸਾਨੂੰ ਗਾਣਾ ਸੋਹਣਾ ਹੀ ਬਹੁਤ ਲੱਗਿਆ। ਹੈਵੀ, ਬਹੁਤ ਸੋਹਣਾ। ਮਤਲਬ ਉਹ ਗਾਣਾ ਸਾਨੂੰ ਇਹ ਲੱਗਦਾ ਸੀ ਵੀ ਇੱਕ ਪਾਸੇ ਟ੍ਰੇਲਰ ਇੱਕ ਪਾਸੇ ਗਾਣਾ ਮਤਲਬ ਇਹ ਗਾਣਾ, ਕਿਉਂਕਿ ਜਿਹੜੀ ਚੀਜ਼ ਆ ਨਾ ਜਿਹਦੇ ਤੁਸੀਂ ਤੁਹਾਨੂੰ ਵਾਈਬ ਆਉਣੀ ਚਾਹੀਦੀ ਹੈ ਨਾ। ਗਾਣੇ ਅੱਜ ਕੱਲ ਵੈਸੇ ਹੀ ਮਿਊਜ਼ਿਕ ਇਦਾਂ ਇੰਨਾ ਵੱਡਾ ਰੋਲ ਪਲੇ ਕਰਦਾ ਨਾ, ਤੇ ਸਪੈਸ਼ਲੀ ਜੇ ਉਹ ਕਿਤੇ ਟਾਈਟਲ ਟਰੈਕ ਹੋਵੇ ਜਿਹੜਾ ਇੰਨਾ ਸੋਹਣਾ ਬਣਿਆ ਹੋਵੇ ਤਾਂ ਤੁਹਾਡੇ ਦਿਮਾਗ 'ਚ ਹਿੱਟ ਕਰੀ ਜਾਂਦੀ ਆ, ਬੱਚਿਆਂ ਤੱਕ ਵੀ ਉਹ ਚੀਜ਼ਾਂ ਜਾਂਦੀਆਂ। ਉਹ ਸੀਗਾ ਵੀ ਇਦਾਂ ਹੀ ਥੋੜਾ ਐਂਟਰਟੇਨਿੰਗ ਜਿਹਾ, ਫਨ ਜਿਹਾ ਵਾਲਾ, ਮਾਂ ਦਾ ਲਾਡਲਾ ਬੜਾ ਏ ਖੱਪੀ, ਉਹਦੀ ਵਾਈਬ ਇਦਾਂ ਦੀ ਸੀ। ਸਾਨੂੰ ਲੱਗਿਆ ਵੀ ਇਹ ਪਹਿਲਾਂ ਛੱਡਣਾ ਚਾਹੀਦਾ, ਤਾਂ ਅਸੀਂ ਉਹ ਪਹਿਲਾਂ ਛੱਡਿਆ। ਔਰ ਇਹ ਸਭ ਨੂੰ ਇਹ ਵਾਲੀ ਲਾਈਨ ਸਭ ਨੂੰ ਯਾਦ ਵੀ ਹੋ ਚੁੱਕੀ ਹੋਈ, ਬਿਕਾਜ਼ ਵਹੀ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ, ਇਟਸ ਅ ਵਾਈਬ ਨਾਓ। ਸੋ ਹੁਣ ਇਹ ਵਾਈਬ ਬਣ ਹੀ ਗਈ ਹੈ ਤੇ ਅਸੀਂ ਕਿਉਂ ਨਾ ਇੰਜੋਏ ਕਰੀਏ ਇਸ ਵਾਈਬ ਨੂੰ। ਬਿਲਕੁਲ, ਨੀਰੂ ਜੀ ਗਾਉਣਗੇ। ਥੋੜਾ ਗਲਾ ਠੀਕ ਕਰ ਰਹੇ ਨੇ। ਕੋਈ ਨਹੀਂ, ਚਲੋ ਇਸ ਵਾਰ ਤੁਸੀਂ ਗਾ। ਚਲੋ ਹਾਂਜੀ ਠੀਕ ਹੈ, ਥੈਂਕ ਯੂ, ਮੈਨੂੰ ਮੌਕਾ ਦਿੱਤਾ ਤੁਸੀਂ। ਚਲੋ ਤੁਸੀਂ ਨਾਲ ਆਪਾਂ ਇਕੱਠੇ ਕਰਦੇ ਹਾਂ, ਮੈਂ ਕਰੂੰਗੀ। ਹਾਂ, ਮਾਂ ਦਾ ਲਾਡਲਾ ਬੜਾ ਏ ਖੱਪੀ, ਮਾਂ ਦਾ ਲਾਡਲਾ ਜਾਂਦਾ ਨੱਪੀ, ਇੱਧਰ ਪੰਗੇ ਉੱਧਰ ਪੰਗੇ ਬਣਦਾ ਜਾਂਦਾ ਹੁਣ ਤਾਂ ਗੱਪੀ। ਵੈਰੀ ਨਾਈਸ, ਲਵਲੀ। ਇਟਸ ਅ ਵਾਈਬ, ਗਾਣੇ 'ਚ ਹੈ ਉਹ ਦੈਟ ਵਾਈਬ। ਤਰਸੇਮ ਜੀ, ਅੱਗੇ ਪੁੱਛਣਾ ਚਾਹੂੰਗੀ ਲਾਸਟ ਸਵਾਲ ਅੱਜ ਦਾ, ਕਿ ਇਹ ਵਾਲੀ ਫਿਲਮ ਇੱਕ ਹੋਰ ਫਿਲਮ ਦੇ ਨਾਲ ਆ ਰਹੀ ਹੈ, ਇਕੱਠੀ ਆ ਰਹੀਆਂ ਨੇ। Do you think that audience will get divided, or maybe they have an option so that affects you somewhere, or do you not think this? Simple. ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਮੈਨੂੰ ਲੱਗਦਾ ਪੰਜਾਬੀ ਸਿਨੇਮਾ ਜਿਹੜਾ ਹੈਗਾ ਹਨਾ, ਹਜੇ ਆਪਾਂ ਉਹ ਸਟੇਜ ਤੇ ਨਹੀਂ ਹੈਗੇ। ਮੂਵੀਜ਼ ਬਹੁਤ ਬਣ ਰਹੀਆਂ ਹਨਾ, ਕੋਵਿਡ ਕਰਕੇ ਵੀ ਬਹੁਤ ਮੂਵੀਜ਼ ਹੋਲਡ ਸੀਗੀਆਂ, ਸਾਰਿਆਂ ਨੇ ਰਿਲੀਜ਼ ਕਰਨੀਆਂ ਹਨਾ। ਇਹ ਤਾਂ ਮੈਂ ਪਹਿਲਾਂ ਵੀ ਕਹਿਣਾ ਹੁੰਦਾ, ਹਰੇਕ ਨੂੰ ਜਦੋਂ ਵਧੀਆ ਟਾਈਮ ਮਿਲਦਾ ਉਹਨੇ ਕਰਨੀਆਂ ਹਨਾ। ਪਰ ਜਿਹੜੀਆਂ ਆਪਾਂ ਡੇਟਸ ਪਾਉਣੇ ਹੁੰਦੇ ਆ ਨਾ, ਉਹ ਡੇਟਸ ਆਪਾਂ ਤਾਂ ਹੀ ਪਾਉਣੇ ਹੁੰਦੇ ਆ ਵੀ ਆਪਾਂ ਇਹ ਚਾਹੁੰਦੇ ਨਹੀਂ ਹੁੰਦੇ ਵੀ ਅਸੀਂ ਕਿਸੇ ਦੇ ਨਾਲ ਕਲੈਸ਼ ਕਰੀਏ ਹਨਾ, ਕਿਉਂਕਿ ਹਰੇਕ ਦੀ ਮਿਹਨਤ ਹੁੰਦੀ ਆ। ਤਾਂ ਹੀ ਅਸੀਂ ਇਹ ਡੇਟ ਪਹਿਲਾਂ ਦੀ ਪਾਈ ਹੋਈ ਸੀ। ਸਾਡਾ ਇੱਕ ਪਹਿਲੇ ਦਿਨ ਤੋਂ ਹੀ ਇਹ ਅਸੂਲ ਰਿਹਾ, ਅਸੀਂ ਆਪਦੀ ਡੇਟ ਜਿਹੜੀ ਪਾਈ ਆ ਉਹ ਤੇ ਹੀ ਆਏ ਆ, ਤੇ ਜੇ ਕਿਸੇ ਨੇ ਪਹਿਲਾਂ ਪਾਤੀ ਤਾਂ ਅਸੀਂ ਉਹਦੇ ਉੱਪਰ ਨਹੀਂ ਆਏ। ਹੁਣ ਉਹ ਜਿਹੜੀ ਫਿਲਮ ਆ ਉਹ ਮਤਲਬ ਸਾਡੀ ਡੇਟ ਤੋਂ ਬਾਅਦ ਆ ਰਹੀ ਆ, ਆ ਰਹੀ ਆ ਸੇਮ ਡੇ, ਹਰੇਕ ਦੇ ਜਿਹਦੇ ਭਾਗ ਨੇ ਉਹਨੇ ਉਹਨਾਂ ਮਿਲ ਜਾਣਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਪਰ ਗੱਲ ਹੈ ਵੀ ਹਜੇ ਇੰਡਸਟਰੀ ਨੂੰ ਸਪੋਰਟ ਕਰਨਾ ਚਾਹੀਦਾ ਇੱਕ ਦੂਜੇ ਨੂੰ। ਹਜੇ ਆਪਾਂ ਕਈ ਵਾਰ ਗੱਲਾਂ ਕਰਦੇ ਆ ਖੜਨ ਦੀਆਂ, ਪਰ ਆਪਾਂ ਖੜਦੇ ਨਹੀਂ। ਬਿਕਾਜ਼ ਐਟ ਦੀ ਐਂਡ ਆਫ ਦ ਡੇ ਆਈ ਥਿੰਕ ਜੇ ਆਪਾਂ ਨੂੰ 2 3 4 5 ਆਪਸ਼ਨ ਮਿਲੂਗੇ, ਦੈਨ ਡਿਵਾਈਡ ਤੇ ਹੁੰਦੀ ਆਡੀਅੰਸ, ਚਾਹੇ ਜੋ ਮਰਜ਼ੀ ਕਹਿ ਲਓ। ਬਿਲਕੁਲ, ਦੇਖੋ ਪਤਾ ਗੱਲ ਕੀ ਆ, ਜਿਹਨੇ ਜਿਹੜਾ ਜਾਣਾ ਉਹਨੇ ਦੇਖਣੀ ਤਾਂ ਹੈਗੀ ਆ, ਪਰ ਗੱਲ ਇਹ ਆ ਵੀ ਕਿੱਥੇ ਉਹਨੇ ਦੋਨੇ ਦੇਖਣੀਆਂ ਹੁੰਦੀਆਂ ਕਈ ਵਾਰ ਹਨਾ। ਬਿਲਕੁਲ ਐਜ਼ ਐਨ ਆਡੀਅੰਸ ਕਈ ਵਾਰ ਉਹਨੇ ਇੱਕ ਦੇਖਣੀ ਪੈ ਜਾਂਦੀ, ਤੇ ਇੱਕ ਵੈਸੇ ਵੀ ਇੱਕ ਜੇ ਮੈਂ ਤੁਹਾਨੂੰ ਦੱਸਾਂ ਨਾ, ਕਈ ਵਾਰ ਜੈਸਚਰ ਹੁੰਦੇ ਆ। ਠੀਕ ਹੈ, ਜੈਸਚਰ ਹੁੰਦੇ ਆ ਚੰਗੇ, ਜੈਸਚਰ ਹੁੰਦੇ ਆ ਬੈਡ ਹਨਾ, ਇਹ ਚੀਜ਼ਾਂ ਹੁੰਦੀਆਂ। ਮੈਨੂੰ ਲੱਗਦਾ ਇਹ ਚੀਜ਼ਾਂ ਹਜੇ ਪੰਜਾਬੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਲੋੜ ਆ। ਮਤਲਬ ਅਸੀਂ ਇਹ ਦਿਨ ਦਾ ਪਹਿਲੇ ਦਿਨ ਤੋਂ ਇਹ ਚੀਜ਼ ਦਾ ਖਿਆਲ ਰੱਖਿਆ। ਅਸੀਂ ਕਦੇ ਵੀ, ਸਾਡੀ ਇੱਕ ਵੀ ਫਿਲਮ ਤੁਸੀਂ ਚੈੱਕ ਕਰ ਲਿਓ, ਅਸੀਂ ਕਿਸੇ ਦੀ ਡੇਟ ਪਾਈ ਹੋਈ ਤੇ ਬਾਅਦ ਚ ਨਹੀਂ ਪਾਈ ਹੋਊ। ਤੇ ਸੈਕੰਡ ਚੀਜ਼ ਇਹ ਵੀ ਨਾਲ ਆ, ਅਸੀਂ ਅੱਜ ਤੱਕ ਆਪਦੀ ਡੇਟ ਛੱਡੀ ਨਹੀਂ, ਚਾਹੇ ਜਿਹੜੀ ਮਰਜ਼ੀ ਨਾਲ ਆ ਜੇ। ਵਾਹ, that's the confidence that you need in life, and on that note I really wish ਕਿ ਮਾਂ ਦਾ ਲਾਡਲਾ ਅੱਛੇ ਨੰਬਰਸ ਲੈ ਕੇ ਆਏ, ਭਾਵੇਂ ਆਡੀਅנס ਕੋਲ ਆਪਸ਼ਨਸ ਹੈਗੇ ਆ, ਬਟ ਚੰਗੀ ਫਿਲਮ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚ ਹੀ ਜਾਂਦੀ ਹੈ। ਜਿਵੇਂ ਮੈਂ ਕਿਹਾ, ਮੈਂ OTT ਤੇ ਦੇਖ ਕੇ ਬਾਅਦ ਚ ਪਛਤਾਈ, ਸੋ ਯੂ نو ਉਹ ਪਛਤਾਵਾ ਤੁਸੀਂ ਨਾ ਰੱਖਿਓ। ਇਟਸ ਅ ਗੁੱਡ ਫਿਲਮ and you must watch it in the theaters. Thank you so much for coming. Thank you so much for joining. Thank you ਸਾਰਿਆਂ ਦਾ। ਇਹ ਸੀਗਾ ਜੀ PTC Showcase. For now, bye bye, take care, ਸਤਿ ਸ਼੍ਰੀ ਅਕਾਲ।